ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਜਿਹੜੀ ਪਾਵਨ ਅਸ਼ਟਪਦੀ ਹੈ, ਇਹਦੀ ਵਿਆਖਿਆ ਸੁਖਮਨੀ ਸਾਹਿਬ ਦੀਆਂ ਬਾਕੀ ਅਸ਼ਟਪਦੀਆਂ ਨਾਲੋਂ ਬਿਲਕੁਲ ਹੀ ਵੱਖਰੀ ਹੈ। ਔਰ ਇੱਦਾਂ ਕਹਿ ਲਈਏ ਕਿ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਨਿਰਗੁਣ ਅਤੇ ਸਰਗੁਣ ਹਸਤੀ ਦੇ ਬਾਰੇ ਸਤਿਗੁਰੂ ਜੀ ਨੇ ਵਿਚਾਰ ਕੀਤੀ ਹੈ। ਪਹਿਲੇ 6 ਪਦੇ ਲਗਭਗ ਨਿਰਗੁਣ ਰੂਪ ਦੇ ਲਈ ਨੇ, ਫਿਰ ਸਰਗੁਣ ਰੂਪ ਦੇ ਲਈ ਆਖਰੀ 2 ਪਦੇ ਆ ਜਾਂਦੇ ਨੇ। ਨਿਰਗੁਣ ਦਾ ਮਤਲਬ ਹੈ, ਜੇ ਅਸੀਂ ਅਰਥਾਂ ਦੇ ਵਿੱਚ ਸਮਝਣਾ ਹੋਵੇ, ਰੱਬ ਦਾ ਉਹ ਰੂਪ ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਹੈ। ਸਰਗੁਣ ਉਹ ਰੂਪ ਹੈ ਜਿਹੜਾ ਜੀਵਾਂ ਦੇ ਵਿੱਚ ਜੋ ਸੰਸਾਰ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ, ਪ੍ਰਗਟ ਹੁੰਦਾ ਹੈ, ਜੋ ਵੀ ਇਹ ਅੱਖਾਂ ਵੇਖਦੀਆਂ ਨੇ ਅਤੇ ਜੋ ਇਹਨਾਂ ਅੱਖਾਂ ਦੇ ਪਿੱਛੇ ਅਸੀਂ ਵੀ ਹਾਂ, ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਮਾਲਕ ਪ੍ਰਗਟ ਹੋ ਰਿਹਾ ਹੈ, ਉਹ ਉਹਦਾ ਸਰਗੁਣ ਸਰੂਪ ਹੈ, ਜਿਹਨੂੰ ਅਸੀਂ ਇਸੇ ਬਾਣੀ ਦੇ ਵਿੱਚ ਪੜ੍ਹਦੇ ਹਾਂ, ਸਗਲ ਸਮੱਗਰੀ ਜਾਕਾ ਤਨਾ। ਤਨ ਦਾ ਮਤਲਬ ਹੁੰਦਾ ਹੈ ਸਰੀਰ। ਜਿਹੜੀ ਵੀ ਸ੍ਰਿਸ਼ਟੀ ਹੈ, ਸਤਿਗੁਰੂ ਕਹਿੰਦੇ ਇਹ ਕੀ ਹੈ, ਉਸ ਮਾਲਕ ਦਾ ਸਰੀਰ ਹੈ। ਉਹਦਾ ਖਾਸ ਸਰੀਰ ਕੋਈ ਨਹੀਂ, ਪਰ ਸਾਰੀ ਸ੍ਰਿਸ਼ਟੀ ਹੀ ਉਹਦਾ ਸਰੀਰ ਹੈ। ਇਸ ਕਰਕੇ ਉਹਦਾ ਇੱਕ ਭਾਵ ਹੈ ਸਰਗੁਣ। ਪਰ ਮਹਾਰਾਜ ਨੇ ਇੱਥੇ ਵੀ ਇਸੇ ਬਾਣੀ ਦੇ ਵਿੱਚ ਫਿਰ ਇਹ ਗੱਲ ਕਹੀ ਹੈ, ਕਈ ਵਾਰ ਪਸਰਿਓ ਪਾਸਾਰ। ਕਈ ਵਾਰ ਇਸ ਸਰਗੁਣ ਸਰੂਪ ਦਾ ਪਸਾਰਾ ਪਸਰਦਾ ਹੈ, ਭਾਵ ਕਿ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਸ੍ਰਿਸ਼ਟੀ ਨਜ਼ਰ ਆਉਂਦੀ ਹੈ, ਬ੍ਰਹਮੰਡ ਨਜ਼ਰ ਆਉਂਦਾ ਹੈ, ਕਈ ਵਾਰ ਬਣਦਾ ਹੈ, ਕਈ ਵਾਰ ਬਣਿਆ ਹੈ ਅਤੇ ਬਣ ਕੇ ਖਤਮ ਹੋ ਜਾਂਦਾ ਹੈ। ਕਈ ਵਾਰ ਪਸਰਿਓ ਪਾਸਾਰ। ਸਰਗੁਣ ਰੂਪ ਕਈ ਵਾਰ ਖਤਮ ਹੁੰਦਾ ਹੈ, ਕਈ ਵਾਰ ਪੈਦਾ ਹੁੰਦਾ ਹੈ, ਉਹਦੀ ਕੋਈ ਗਿਣਤੀ ਹੀ ਨਹੀਂ ਹੈ। ਅਤੇ ਮਾਲਕ ਇੱਦਾਂ ਦਾ ਹੈ, ਸਰਗੁਣ ਰੂਪ ਦੇ ਵਿੱਚ ਹੋ ਕੇ ਜਦੋਂ ਉਹ ਖਤਮ ਹੋ ਜਾਂਦਾ ਹੈ ਸਾਰਾ ਕੁਝ, ਵਾਪਸ ਫਿਰ ਨਿਰਗੁਣ ਰੂਪ ਦੇ ਵਿੱਚ ਹੀ ਚਲ ਜਾਂਦਾ ਹੈ। ਨਿਰਗੁਣ ਰੂਪ ਕਦੀ ਸਮਾਪਤ ਨਹੀਂ ਹੁੰਦਾ। ਨਿਰਗੁਣ ਰੂਪ ਦੇ ਵਿੱਚ ਇੱਦਾਂ ਕਹਿ ਲਈਏ ਵੀ ਉਹ ਆਪਣੇ ਆਪ ਦੇ ਵਿੱਚ ਹੈ, ਸਰਗੁਣ ਰੂਪ ਦੇ ਵਿੱਚ ਆ ਸਾਰਾ ਫੈਲਾਅ ਹੈ, ਇਹ ਸਾਰੀ ਸ੍ਰਿਸ਼ਟੀ ਹੈ। ਸਿਰਫ ਉਦਾਹਰਨ ਦੇ ਲਈ ਇਹਨੂੰ ਸਮਝਿਆ ਜਾ ਸਕਦਾ ਹੈ, ਇਹਨੂੰ ਪੱਕਾ ਕੰਪੈਰੀਜ਼ਨ ਨਾਲ ਸਮਝ ਲੈਣਾ ਕਿ ਇੱਦਾਂ ਹੀ ਹੁੰਦਾ ਹੈ। ਨਿਰਗੁਣ ਰੂਪ ਦੇ ਵਿੱਚ ਉਹਦੀ ਕਿਤੇ ਉਦਾਹਰਣ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਕੁਝ ਹੋਵੇ ਤੇ ਉਦਾਹਰਨ ਦਈਏ। ਜਿਸ ਤਰ੍ਹਾਂ ਇੱਕ ਪਿਤਾ ਹੈ, ਜਿੱਦਣ ਉਹ ਵਿਆਹ ਤੋਂ ਪਹਿਲਾਂ ਇਕੱਲਾ ਹੁੰਦਾ ਹੈ, ਇੱਦਾਂ ਸਮਝ ਲਈਏ ਵੀ ਉਦੋਂ ਉਹ ਨਿਰਗੁਣ ਰੂਪ ਦੇ ਵਿੱਚ ਹੈ। ਹਾਲਾਂਕਿ ਉਹਦੀ ਹਸਤੀ ਹੈ, ਉਹਨੂੰ ਉਹਦੇ ਨਾਲ ਪੂਰਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ, ਸਿਰਫ ਸਮਝ ਦੀ ਖਾਤਰ ਹੈ। ਹੌਲੀ ਹੌਲੀ ਉਹਦੇ ਇਸਤਰੀ ਆ ਜਾਂਦੀ ਹੈ ਘਰ ਦੇ ਵਿੱਚ, ਫਿਰ ਬੱਚੇ ਆ ਜਾਂਦੇ ਨੇ, ਬੱਚਿਆਂ ਦੇ ਅੱਗੇ ਬੱਚੇ ਆ ਜਾਂਦੇ ਨੇ, ਰਿਸ਼ਤੇਦਾਰੀਆਂ ਵੱਧਦੀਆਂ ਜਾਂਦੀਆਂ ਨੇ। ਉਹਨੂੰ ਕੀ ਕਿਹਾ ਜਾਂਦਾ? ਸਰਗੁਣ ਰੂਪ ਦੇ ਵਿੱਚ ਖਿਲਾਰਾ, ਜ਼ਿੰਮੇਵਾਰੀ ਦਾ ਹੋਰ ਵੱਡਾ ਹੋਈ ਜਾਣਾ, ਵੱਡਾ ਹੋਈ ਜਾਣਾ। ਅਤੇ ਹੌਲੀ ਹੌਲੀ ਰਿਸ਼ਤੇਦਾਰ ਸਾਰੇ ਨਾਰਾਜ਼ ਹੋ ਜਾਣ ਬੰਦੇ ਦੇ ਨਾਲ ਕਿਸੇ ਗੱਲੋਂ, ਪਰਿਵਾਰ ਸਾਥ ਛੱਡ ਕੇ ਚਲਾ ਜਾਵੇ, ਰੱਬ ਨਾ ਕਰੇ ਨਾਲ ਰਹਿਣ ਵਾਲੀ ਘਰ ਵਾਲੀ ਵੀ ਪਰੇ ਹੋ ਜਾਵੇ, ਫਿਰ ਬੰਦਾ ਇਕੱਲੇ ਦਾ ਇਕੱਲਾ ਰਹਿ ਗਿਆ। ਜਿੰਨਾ ਖਿਲਾਰਾ ਖਿਲਾਰਿਆ ਸੀ, ਹੌਲੀ ਹੌਲੀ ਵਾਪਸ ਫਿਰ ਇੱਕ ਦੇ ਵਿੱਚ ਹੋ ਗਿਆ। ਇਹ ਸਿਰਫ ਉਦਾਹਰਣ ਹੈ, ਇਹਨੂੰ ਇਹ ਨਾ ਸਮਝ ਲੈਣਾ ਵੀ ਰੱਬ ਲਈ ਇਹ ਉਦਾਹਰਣ ਹੈ, ਉਹਦੇ ਲਈ ਉਹ ਉਦਾਹਰਣ ਦਿੱਤੀ ਹੀ ਨਹੀਂ ਜਾ ਸਕਦੀ। ਸਤਿਗੁਰੂ ਮੁੱਖ ਤੌਰ ਦੇ ਉੱਤੇ ਇਹ ਸਾਨੂੰ ਸਮਝਾਉਂਦੇ ਨੇ ਕਿ ਭਾਈ ਜਿੱਦਾਂ ਦੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਨਾ, ਇਹ ਸਾਰੀ ਇੱਦਾਂ ਕਹਿ ਲਈਏ ਵੀ ਮਾਇਆ ਦੇ 3 ਗੁਣਾਂ ਦੇ ਅਧੀਨ ਹੋ ਕੇ ਜੀਵੀ ਜਾਂਦੀ ਹੈ। ਜਿੱਥੇ ਰੱਬ ਇਕੱਲਾ ਹੈ, ਉੱਥੇ ਇਹੋ ਜਿਹਾ ਕੁਝ ਵੀ ਨਹੀਂ ਹੈ। ਇੱਕ ਟਾਈਮ 'ਤੇ ਇਹ ਹੈ ਨਾ, ਹੁਣ ਜਿੱਦਾਂ ਸੰਸਾਰ ਬਣਿਆ ਹੈ, ਇੱਕ ਟਾਈਮ ਉਹ ਵੀ ਹੈ ਜਦੋਂ ਸੰਸਾਰ ਦੀ ਹੋਂਦ ਹੈ ਹੀ ਨਹੀਂ ਹੈ, ਜਦੋਂ ਇਹ ਦੁਨੀਆ ਬਣੀ ਹੀ ਨਹੀਂ ਹੈ, ਕੁਝ ਵੀ ਨਹੀਂ ਹੈ। ਉਹ ਮਾਲਕ ਉਦੋਂ ਵੀ ਹੈ ਜਿਹਨੂੰ ਅਸੀਂ ਪੜ੍ਹਦੇ ਹਾਂ ਆਦਿ ਸੱਚ। ਇਸ ਕਰਕੇ ਸਤਿਗੁਰੂ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ, ਜਿਹੜਾ ਨਿਰਆਕਾਰ ਵਾਹਿਗੁਰੂ ਹੈ ਨਾ, ਉਹ ਸਰਗੁਣ ਅਤੇ ਨਿਰਗੁਣ ਅਵਸਥਾ ਦੇ ਵਿੱਚ ਸੁੰਨ ਸਮਾਧੀ ਆਪ, ਅਤੇ ਸੁੰਨ ਸਮਾਧ ਵਾਲੀ ਅਵਸਥਾ ਦੇ ਵਿੱਚ ਵੀ ਆਪ ਹੈ। ਸੁੰਨ ਸਮਾਧ ਵਾਲੀ ਅਵਸਥਾ, ਸੁੰਨ ਦਾ ਮਤਲਬ ਹੁੰਦਾ ਹੈ ਜ਼ੀਰੋ, ਅਤੇ ਇਹਦਾ ਮਤਲਬ ਉਹ ਹੈ ਉਹ ਅਵਸਥਾ ਜਦੋਂ ਮਨ ਦੇ ਵਿੱਚੋਂ ਕੋਈ ਫੁਰਨਾ ਵੀ ਨਹੀਂ ਫੁਰਦਾ।
ਵੈਸੇ ਇਹਨੂੰ ਤੀਸਰੀ ਅਵਸਥਾ ਵੀ ਬੋਲਿਆ ਜਾਂਦਾ ਹੈ। ਤੀਸਰੀ ਦਾ ਭਾਵ ਇਹ ਹੈ ਨਿਰਗੁਣ ਤੋਂ ਸੁੰਨ ਅਤੇ ਸੁੰਨ ਤੋਂ ਫਿਰ ਇਹ ਜਿਹੜਾ ਹੈ ਸਰਗੁਣ ਆ ਜਾਂਦਾ ਹੈ। ਸਤਿਗੁਰੂ ਜੀ ਦੇ ਇੱਕ ਸ਼ਬਦ ਨੇ, ਆਪਾਂ ਕਈ ਵਾਰ ਸ੍ਰਿਸ਼ਟੀ ਦੀ ਪੈਦਾਇਸ਼ ਦੇ ਬਾਰੇ ਜਦੋਂ ਵਿਚਾਰ ਕਰਦੇ ਹਾਂ, ਹਜ਼ੂਰ ਕਹਿੰਦੇ ਅਰਬਦ ਨਰਬਦ ਧੁੰਦੂ ਘਾਰਾ ਧਰਣ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏਂਦਾ। ਅਤੇ ਉਹਦੇ ਵਿੱਚ ਇੱਕ ਗੱਲ ਇਹ ਆ ਜਾਂਦੀ ਹੈ ਵੀ ਇੱਕ ਅਵਸਥਾ ਮਾਲਕ ਦੀ ਉਹ ਹੈ ਜਿਹਦੇ ਵਿੱਚ ਸੁੰਨ ਸਮਾਧੀ ਹੈ, ਉਹਦੀ ਕੋਈ ਵਿਚਾਰਾਂ ਦਾ ਫੁਰਨਾ ਨਹੀਂ ਹੈ। ਸ੍ਰਿਸ਼ਟੀ ਪੈਦਾ ਕਰਨ ਦਾ ਵੀ ਤੇ ਉਹਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਨਾ, ਵੀ ਖਿਆਲ ਹੈ ਵੀ ਸ੍ਰਿਸ਼ਟੀ ਪੈਦਾ ਕਰ ਜਾਣੀ ਤੇ ਹੋ ਗਈ। ਕਿਤੇ ਕਿਤੇ ਸਿਰਫ ਇਹਨੂੰ ਕਿਉਂਕਿ ਆਪਣੀ ਅਕਲ ਤੋਂ ਸਮਝਦੇ ਹਾਂ ਤੇ ਅਸੀਂ ਇਹ ਅੱਖਰ ਵਰਤ ਲੈਂਦੇ ਹਾਂ ਵੀ ਰੱਬ ਨੂੰ ਖਿਆਲ ਪੈਦਾ ਹੋਇਆ, ਉਹਨੂੰ ਖਿਆਲ ਪੈਦਾ ਕਰਨ ਦੀ ਲੋੜ ਨਹੀਂ ਹੈ। ਇਸ ਕਰਕੇ ਅੱਖਰ ਫਸ ਜਾਂਦੇ ਨੇ ਇਹੋ ਜਿਹੀਆਂ ਥਾਵਾਂ ਦੇ ਉੱਤੇ ਆ ਕੇ, ਅੱਖਰਾਂ ਦੀ ਗੱਲ ਹੀ ਦੂਰ ਹੋ ਜਾਂਦੀ ਹੈ। ਫਿਰ ਵੀ ਸਮਝ ਲਈਏ, ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਨਿਰਗੁਣ ਰੂਪ ਦੇ ਵਿੱਚ ਜਦੋਂ ਜੋ ਇਹਨਾਂ ਅੱਖਾਂ ਦੇ ਸਾਹਮਣੇ ਨਜ਼ਰ ਆਉਂਦਾ ਹੈ, ਕੁਝ ਵੀ ਨਹੀਂ ਹੈ ਨਾ, ਰੱਬ ਉਦੋਂ ਵੀ ਹੈ। ਸਰਗੁਣ ਰੂਪ ਦੇ ਵਿੱਚ ਵੀ ਆਪ ਹੀ ਹੈ। ਹੁਣ ਸਾਰਾ ਕੁਝ ਇਹਨਾਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ। ਸਰਗੁਣ ਰੂਪ ਦੇ ਵਿੱਚ ਸੁੰਨ ਸਮਾਧੀ ਉਹ ਅਵਸਥਾ ਜਿੱਥੇ ਮਨ ਦੇ ਵਿੱਚ ਕੋਈ ਫੁਰਨਾ ਨਹੀਂ ਉੱਠਦਾ, ਜਿੱਥੇ ਮਨ ਦੇ ਵਿੱਚ ਕੋਈ ਖਿਆਲ ਨਹੀਂ ਉੱਠਦਾ, ਬਿਲਕੁਲ ਸ਼ਾਂਤ ਅਤੇ ਬਿਲਕੁਲ ਅਡੋਲਤਾ ਹੋ ਚੁੱਕੀ ਹੈ ਨਾ, ਹਜ਼ੂਰ ਕਹਿੰਦੇ ਇਸ ਰੂਪ ਦੇ ਵਿੱਚ ਵੀ ਰੱਬ ਆਪ ਹੀ ਹੈ। ਫਿਰ ਆਪਨ ਕੀਆ ਨਾਨਕਾ, ਉਸ ਨੇ ਨਿਰਗੁਣ ਸੁੰਨ ਤੋਂ ਆਪ ਹੀ ਆਪਣੇ ਆਪ ਨੂੰ ਪੈਦਾ ਕੀਤਾ ਹੈ। ਆਪਨ ਕੀਆ ਨਾਨਕਾ, ਆਪ ਹੀ ਉਹਨੇ ਆਪਣੇ ਤੋਂ ਸੰਸਾਰ ਪੈਦਾ ਕੀਤਾ ਹੈ ਅਤੇ ਕਰਦਾ ਕੀ ਪਿਆ ਹੈ, ਆਪੇ ਹੀ ਫਿਰ ਜਾਪ, ਆਪਣਾ ਜਾਪ ਆਪ ਹੀ ਕਰਦਾ ਪਿਆ ਹੈ। ਇਹ ਬੜਾ ਹੈ ਤੇ ਬੜੀ ਛੋਟੀ ਜੀ ਗੱਲ ਹੈ, ਆਪੇ ਹੀ ਫਿਰ ਜਾਪ, ਪਰ ਇਹ ਅਸਲ ਦੇ ਵਿੱਚ ਸਾਡੀ ਈਗੋ ਨੂੰ ਖਤਮ ਕਰਨ ਦੇ ਲਈ ਹੈ। ਮੈਨੂੰ ਲੱਗਦਾ ਹੈ ਵੀ ਮੈਂ ਕਰਦਾ ਪਿਆ ਹਾਂ, ਮੈਨੂੰ ਲੱਗਦਾ ਹੈ ਮੇਰੇ ਦੁਆਰਾ ਹੋ ਰਿਹਾ ਹੈ। ਸਤਿਗੁਰੂ ਕਹਿੰਦੇ ਤੇ ਰੱਬ ਆਪਣੀ ਖੇਡ ਵਰਤਾਈ ਜਾਂਦਾ, ਲੋਕਾਂ ਦੇ ਵਿੱਚ ਬੈਠ ਕੇ ਆਪਣਾ ਜਾਪ ਆਪ ਹੀ ਕਰੀ ਜਾਂਦਾ ਹੈ। ਜਿੱਦਾਂ ਬਾਕੀ ਜੀਆਂ ਦੇ ਵਿੱਚ ਬੈਠ ਕੇ ਬਾਕੀ ਕੰਮ ਆਪ ਕਰੀ ਜਾਂਦਾ ਹੈ, ਉੱਦਾਂ ਲੋਕਾਂ ਦੇ ਵਿੱਚ ਬੈਠ ਕੇ ਆਪਣੇ ਜਾਪ ਨੂੰ ਵੀ ਆਪ ਹੀ ਕਰੀ ਜਾਂਦਾ ਹੈ, ਆਪਣੇ ਆਪ ਨੂੰ ਯਾਦ ਕਰੀ ਜਾਂਦਾ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ, ਇਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਇਹ ਥੋੜ੍ਹਾ ਜਿਹਾ ਇਮੈਜਿਨ ਕਰਨ ਦਾ ਤਰੀਕਾ ਹੈ, ਤਾਂ ਇਹ ਜ਼ਿਆਦਾ ਅਸ਼ਟਪਦੀ ਸਮਝ ਦੇ ਵਿੱਚ ਆਵੇਗੀ। ਹੁਣ ਜਦੋਂ ਅਸੀਂ ਦੁਨੀਆ ਨੂੰ ਸਮਝਦੇ ਹਾਂ, ਅੱਖਾਂ ਬੰਦ ਕਰਕੇ ਜੇ ਦੁਨੀਆ ਦੇ ਬਾਰੇ ਸੋਚਦੇ ਹਾਂ, ਅਤੇ ਵੇਖੋ ਸਾਡੇ ਆਲੇ ਦੁਆਲੇ ਜੋ ਕੁਝ ਵਾਪਰਦਾ ਪਿਆ ਹੈ, ਉਹਦੀ ਇੱਕ ਇਮੇਜ ਸਾਡੇ ਮਾਈਂਡ ਦੇ ਵਿੱਚ ਸੈੱਟ ਹੋਈ ਪਈ ਹੈ। ਅਸੀਂ ਨਹੀਂ ਵੀ 2 ਦਿਨ ਦੁਨੀਆ ਨੂੰ ਵੇਖਾਂਗੇ, ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਈਏ, ਨਹੀਂ ਵੀ ਦੁਨੀਆ ਨੂੰ ਵੇਖਾਂਗੇ, ਅਤੇ ਫਿਰ ਵੀ ਸਾਨੂੰ ਕੋਈ ਕਵੇ ਵੀ ਦੁਨੀਆ ਕਿੱਦਾਂ ਦੀ ਹੈ, ਉਸੇ ਵੇਲੇ ਸਾਡੇ ਮਨ ਦੇ ਵਿੱਚ ਇੱਕ ਇਮੇਜ ਬਣ ਜਾਵੇਗੀ ਵੀ ਦੁਨੀਆ ਇੱਦਾਂ ਦੀ ਹੈ। ਕਿਸੇ ਨੂੰ ਕੁਝ ਬੰਦੇ ਦੌੜਦੇ ਨਜ਼ਰ ਆਉਣਗੇ, ਕਿਸੇ ਨੂੰ ਪਹਾੜ ਦਰਖਤ ਜੋ ਕੁਝ ਵੀ ਸੋਚਣਾ ਚਾਹਵੇ ਉਹ ਸੋਚ ਲਵੇਗਾ। ਜਿੱਥੋਂ ਤੱਕ ਉਹਦੀ ਸੋਚ ਪਹੁੰਚੀ ਹੋਈ ਹੈ, ਉਹਦੀ ਇਮੇਜ ਬਣ ਜਾਵੇਗੀ ਵੀ ਦੁਨੀਆ ਇੱਦਾਂ ਦੀ ਹੈ। ਅਤੇ ਜੇ ਹੌਲੀ ਹੌਲੀ ਚੀਜ਼ਾਂ ਮਾਈਨਸ ਹੁੰਦੀਆਂ ਜਾਣ ਵੀ ਹੁਣ ਇੱਦਾਂ ਇਮੈਜਿਨ ਕਰਨਾ ਹੈ ਵੀ ਮਨੁੱਖ ਕੋਈ ਨਹੀਂ ਹੈ, ਜਦੋਂ ਮਨੁੱਖ ਕੋਈ ਨਹੀਂ ਹੈ, ਚਲੋ ਫਿਰ ਵੀ ਬੰਦਾ ਇਮੈਜਿਨ ਕਰ ਲਵੇਗਾ ਵੀ ਹਾਂ ਚਲੋ ਮਨੁੱਖ ਕੋਈ ਨਹੀਂ, ਬੰਦੇ ਦੇ ਮਨ ਦੇ ਵਿੱਚ ਜੰਗਲ ਆ ਜਾਂਦਾ ਹੈ। ਫਿਰ ਹੌਲੀ ਹੌਲੀ ਇਮੈਜਿਨ ਨਾਲ ਹੋਰ ਮਾਈਨਸ ਕਰ ਦੇਣਾ ਕਿ ਦਰਖਤ ਵੀ ਨਹੀਂ ਹੈ ਕੋਈ, ਉਹ ਵੀ ਖਤਮ ਹੋ ਗਿਆ, ਹੋਰ ਸਪੇਸ ਘਟ ਗਿਆ, ਹੋਰ ਸੋਚਣ ਸ਼ਕਤੀ ਘਟ ਗਈ ਵੀ ਜੇ ਜੰਗਲ ਵੀ ਨਾ ਹੋਵੇ, ਮਨੁੱਖ ਵੀ ਨਾ ਹੋਵੇ, ਤਾਂ ਪਿੱਛੇ ਰਹਿ ਕੀ ਗਿਆ। ਚਲੋ ਜੀ, ਪਾਣੀ ਵੀ ਮਾਈਨਸ ਹੋ ਗਿਆ, ਜ਼ਮੀਨ ਵੀ ਮਾਈਨਸ ਹੋ ਗਈ। ਅਤੇ ਇਹਨਾਂ ਸਾਰੀਆਂ ਮੋਟੀਆਂ ਚੀਜ਼ਾਂ ਨੂੰ ਸੋਚ ਕੇ ਤੇ ਬੰਦਾ ਛੱਡ ਦੇਵੇ ਵੀ ਆਹ ਚੀਜ਼ਾਂ ਨਹੀਂ ਗਿਣਨੀਆਂ, ਅਤੇ ਕੀ ਗਿਣਿਆ ਜਾਂਦਾ ਹੈ ਬੰਦੇ ਦੇ ਪਿੱਛੋਂ। ਅਸਲ ਦੇ ਵਿੱਚ ਬੰਦਾ ਗਿਣ ਵੀ ਨਹੀਂ ਸਕਦਾ, ਕਿਉਂਕਿ ਜਦੋਂ ਮਨੁੱਖ ਖਤਮ ਹੋ ਗਿਆ ਹੈ ਅਤੇ ਗਿਣਨ ਵਾਲਾ ਤਾਂ ਆਪਣੇ ਆਪ ਵੀ ਖਤਮ ਹੋ ਗਿਆ। ਮੈਂ ਇਕੱਲਾ ਥੋੜ੍ਹਾ ਬੈਠਾ ਰਹਾਂਗਾ ਇੱਥੇ, ਜਦੋਂ ਮਨੁੱਖਤਾ ਖਤਮ ਹੋ ਗਈ ਅਤੇ ਮੈਂ ਵੀ ਨਾਲ ਖਤਮ ਹੋ ਗਿਆ। ਨਿਰਗੁਣ ਦਾ ਮਤਲਬ ਹੀ ਸਿਰਫ ਇੰਨਾ ਕੁ ਹੈ, ਕੁਝ ਵੀ ਨਹੀਂ ਹੈ। ਅਤੇ ਕੁਝ ਵੀ ਨਹੀਂ ਦਾ ਮਤਲਬ ਫਿਰ ਕੁਝ ਵੀ ਨਹੀਂ ਹੈ ਜਿਹਨੂੰ ਮੈਂ ਇਮੈਜਿਨ ਵੀ ਨਹੀਂ ਕਰ ਸਕਦਾ। ਜੇ ਮੈਂ ਇਮੈਜਿਨ ਕਰਦਾ ਪਿਆ ਹਾਂ, ਫਿਰ ਕੁਝ ਤਾਂ ਹੈ ਜਿਹੜਾ ਇਮੈਜਿਨ ਹੋ ਰਿਹਾ ਹੈ, ਜਿਹਨੂੰ ਇਮੈਜਿਨ ਹੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਹੈ, ਇਹ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝਣ ਵਾਲਾ ਵਿਸ਼ਾ ਹੈ ਬਾਕੀ ਅਸ਼ਟਪਦੀਆਂ ਦੇ ਨਾਲੋਂ। ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਸਤਿਗੁਰੂ ਕਹਿੰਦੇ ਜਦੋਂ ਆ ਜੋ ਆਕਾਰ ਹੁਣ ਸਾਨੂੰ ਨਜ਼ਰ ਆ ਰਿਹਾ ਹੈ ਨਾ, ਹੁਕਮੀ ਹੋਵਨ ਆਕਾਰ, ਹੁਕਮ ਦੇ ਵਿੱਚ ਹੋਇਆ ਹੈ ਨਾ ਆਕਾਰ। ਹੁਣ ਸਾਡਾ ਸਾਈਜ਼ ਹੈ, ਆਕਾਰ ਹੈ। ਇੱਕ ਟਾਈਮ ਹੈ ਸਾਡਾ ਆਕਾਰ ਨਹੀਂ ਸੀ,
ਜਦੋਂ ਪੂਰੇ ਬ੍ਰਹਮੰਡ ਦਾ ਆਕਾਰ ਕੁਝ ਨਹੀਂ ਸੀ ਨਜ਼ਰ ਆਉਂਦਾ, ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਤੇ ਮਹਾਰਾਜ ਕਹਿੰਦੇ ਨੇ ਪਾਪ ਪੁੰਨ ਤਬ ਕਹਤੇ ਹੋਤਾ। ਫਿਰ ਪਾਪ ਪੁੰਨ ਕਿੱਥੇ ਹੋਣਾ ਸੀ ਭਾਈ? ਆਕਾਰ ਹੈ, ਦੁਨੀਆ ਹੈ, ਤਾਂ ਹੀ ਤੇ ਪਾਪ ਪੁੰਨ ਦੀ ਗੱਲ ਚੱਲਦੀ ਪਈ ਹੈ। ਜੇ ਇਕੱਲਾ ਰੱਬ ਹੀ ਹੋਵੇ, ਆਕਾਰ ਹੋਵੇ ਹੀ ਨਾ, ਕਿਉਂਕਿ ਉਹ ਤਾਂ ਨਿਰਗੁਣ ਦੇ ਵਿੱਚ ਵੀ ਉੱਦਾਂ ਹੀ ਹੈ ਨਾ, ਤੇ ਜੇ ਉਹ ਹੋਵੇ ਹੀ ਨਾ ਤੇ ਫਿਰ ਪਾਪ ਪੁੰਨ ਦੀ ਗੱਲ ਕਿੱਥੇ ਹੋਣੀ ਸੀ? ਮਰਦ ਕਹਿੰਦੇ ਹੁਣ ਕਿੰਨਾ ਪਾਪਾਂ ਤੇ ਪੁੰਨਾਂ ਦੇ ਵਿੱਚ ਪਏ ਹੋਏ ਹੋ, ਇਸ ਚੀਜ਼ ਨੂੰ ਸੋਚ ਕੇ ਵੇਖੋ। ਜਦੋਂ ਇਕੱਲਾ ਰੱਬ ਸੀ ਫਿਰ ਕਿੱਥੇ ਪਾਪ ਤੇ ਕਿੱਥੇ ਪੁੰਨ ਹੈ? ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ। ਜਦੋਂ ਮਾਲਕ ਬਿਲਕੁਲ ਆਪਣੀ ਸਮਾਧੀ ਦੇ ਵਿੱਚ ਟਿਕਿਆ ਹੋਇਆ ਸੀ। ਸਿਰਫ ਇੱਕ ਸ਼ਬਦ ਵਰਤ ਲਏ ਜਾਂਦੇ ਨੇ ਕਿ ਸਮਾਧੀ ਦੇ ਵਿੱਚ ਜਿਹੜਾ ਬੰਦਾ ਟਿਕਿਆ ਹੁੰਦਾ ਨਾ, ਬੜਾ ਸ਼ਾਂਤ ਟਿਕਿਆ ਹੁੰਦਾ ਹੈ। ਇੱਦਾਂ ਸਮਝ ਲਵੋ ਕਿ ਜਦੋਂ ਰੱਬ ਆਪਣੇ ਆਪ ਦੇ ਵਿੱਚ ਮਸਤ ਸੀ, ਇਹ ਨਹੀਂ ਕਿ ਹੁਣ ਉਹ ਮਸਤ ਨਹੀਂ ਹੈ, ਪਰ ਹੁਣ ਫਿਰ ਵੀ ਸਰਗੁਣ ਰੂਪ ਉਹਦਾ ਸਾਹਮਣੇ ਹੈ। ਇੱਕ ਰੂਪ ਹੈ ਨਿਰਗੁਣ, ਸਿਰਫ ਨਿਰਗੁਣ ਦੀ ਵਿਆਖਿਆ ਹੈ। ਜਬ ਧਾਰੀ ਆਪਨ ਸੁਨ ਸਮਾਧ, ਜਦੋਂ ਮਾਲਕ ਨੇ ਆਪਣੀ ਸੁਨ ਸਮਾਧੀ ਵਾਲੀ ਅਵਸਥਾ ਧਾਰਨ ਕੀਤੀ ਹੋਈ ਸੀ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਤੇ ਫਿਰ ਵੈਰ ਵਿਰੋਧ ਕਿਹਦੇ ਨਾਲ ਕਮਾਉਣਾ ਸੀ? ਹੁਣ ਤੇ ਵੈਰ ਕਿੱਥੇ ਹੁੰਦਾ ਹੈ? ਜਿੱਥੇ ਦੋ ਹੋਣਗੇ। ਮੈਂ ਕਿਸੇ ਨਾਲ ਲੜਨਾ ਹੈ ਤੇ ਅਗਲਾ ਹੋਣਾ ਵੀ ਤੇ ਚਾਹੀਦਾ ਹੈ ਨਾ। ਅਗਲਾ ਹੋਵੇ ਨਾ ਤੇ ਮੈਂ ਲੜਾਂਗਾ ਕਿਹਦੇ ਨਾਲ? ਮੈਂ ਕਿਸੇ ਦਾ ਵਿਰੋਧ ਕਰਨਾ ਹੈ, ਦੂਜਾ ਹੋਵੇਗਾ ਤੇ ਵਿਰੋਧ ਕਰਾਂਗਾ। ਜਿੱਥੇ ਦੂਜਾ ਹੈ ਹੀ ਨਹੀਂ ਉੱਥੇ ਵਿਰੋਧ ਹੀ ਨਹੀਂ ਹੈ। ਜਦੋਂ ਹੈ ਹੀ ਰੱਬ ਇਕੱਲਾ ਹੈ ਤੇ ਫਿਰ ਰੱਬ ਦਾ ਵੈਰ ਕਿਹਦੇ ਨਾਲ ਤੇ ਰੱਬ ਦਾ ਵਿਰੋਧ ਕਿਹਦੇ ਨਾਲ? ਉਸ ਅਵਸਥਾ ਨੂੰ ਸਿਰਫ ਸਮਝਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਨੇ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਬ ਇਸਕਾ ਬਰਨ ਚਿਹਨ ਨਾ ਜਾਪਤ। ਜਦੋਂ ਇਸ ਸੰਸਾਰ ਦਾ, ਜਾਂ ਇੱਦਾਂ ਕਹਿ ਲਈਏ ਵੀ ਬ੍ਰਹਮੰਡ ਦਾ ਕੋਈ ਵੀ ਰੂਪ ਰੰਗ ਨਹੀਂ ਸੀ। ਬੇਨਤੀ ਕੀਤੀ ਹੈ ਨਾ ਵੀ ਹੁਣ ਸਾਡੇ ਕੋਲ ਇਮੈਜਿਨ ਕਰਨ ਦੀ ਬੜੀ ਪਾਵਰ ਹੈ, ਵੀ ਅਸੀਂ ਇਮੈਜਿਨ ਕਰ ਸਕਦੇ ਹਾਂ ਵੀ ਧਰਤੀ ਇੱਦਾਂ ਦੀ ਆ। ਹੁਣ ਤਾਂ ਫੋਟੋਆਂ ਵੀ ਆ ਗਈਆਂ ਸਾਡੇ ਕੋਲ, ਬੜੇ ਬੜੇ ਜਿਹੜੇ ਗ੍ਰਹਿ ਨੇ ਉਹਨਾਂ ਦੀਆਂ ਫੋਟੋਆਂ ਸਾਡੇ ਕੋਲ ਆ ਗਈਆਂ, ਅਤੇ ਅਸੀਂ ਸੋਚ ਸਕਦੇ ਹਾਂ ਵੀ ਆਹ ਚਿੰਨ੍ਹ ਹੈ ਜੀ ਧਰਤੀ ਦਾ। ਸਾਨੂੰ ਪਤਾ ਲੱਗ ਗਿਆ ਵੀ ਧਰਤੀ ਗੋਲ ਹੈ, ਜੋ ਇਹਦੀ ਫੋਟੋ ਸਾਨੂੰ ਹੁਣ ਦਿਖਾਈ ਜਾਂਦੀ ਹੈ। ਨਹੀਂ ਤਾਂ ਚੌਰਸ ਵੀ ਕਹੀ ਜਾਂਦੇ ਹੁੰਦੇ ਸੀ ਲੋਕ, ਤੇ ਇੱਕ ਖਿਆਲ ਪ੍ਰਚਲਿਤ ਹੋ ਗਿਆ। ਅਤੇ ਸਤਿਗੁਰੂ ਕਹਿੰਦੇ ਜਦੋਂ ਇਹੋ ਜਿਹਾ ਕੋਈ ਚਿੰਨ੍ਹ ਹੈ ਹੀ ਨਹੀਂ ਸੀ ਵੀ ਜਿਹਦੇ ਤੋਂ ਪਤਾ ਲੱਗੇ ਵੀ ਕੀ ਹੈ ਕੀ ਨਹੀਂ ਹੈ, ਜਦੋਂ ਕੁਝ ਹੋਣਾ ਹੀ ਨਹੀਂ ਤੇ ਚਿੰਨ੍ਹ ਕੀ ਹੋਣਾ ਹੈ? ਜੇ ਮੈਂ ਹੀ ਨਹੀਂ ਹੋਵਾਂਗਾ ਤੇ ਮੇਰੇ ਚਿੰਨ੍ਹ ਕੀ ਹੋਣਗੇ? ਕੁਝ ਵੀ ਨਹੀਂ। ਜਬ ਇਸਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ। ਤੇ ਜਦੋਂ ਚਿੰਨ੍ਹ ਹੀ ਨਹੀਂ ਤੇ ਫਿਰ ਖੁਸ਼ੀ ਗਮੀ ਕਿਹਨੂੰ ਵਿਆਪਣੀ ਹੈ? ਚਿੰਨ੍ਹ ਹੋਣਗੇ, ਸਾਡੀ ਸ਼ਕਲ ਹੋਵੇਗੀ, ਤੇ ਸ਼ਕਲ 'ਤੇ ਖੁਸ਼ੀ ਗਮੀ ਦਾ ਪ੍ਰਭਾਵ ਵੀ ਹੈ। ਜਦੋਂ ਸ਼ਕਲ ਹੀ ਨਹੀਂ ਤੇ ਕਾਹਦਾ ਪ੍ਰਭਾਵ ਹੈ ਖੁਸ਼ੀ ਗਮੀ ਦਾ? ਇੱਦਾਂ ਹੀ ਹੈ, ਤੁਹਾਡੇ ਸਾਹਮਣੇ ਹੀ ਹੈ। ਜਦੋਂ ਦੁਨੀਆ ਦੇ ਵਿੱਚ ਬੰਦੇ ਜਿਉਂਦੇ ਨੇ, ਦੁੱਖ ਸੁੱਖ ਵੀ ਮਾਣਦੇ ਨੇ, ਖੁਸ਼ ਵੀ ਹੁੰਦੇ ਨੇ, ਗਮੀ ਦੇ ਵਿੱਚ ਵੀ ਜਾਂਦੇ ਨੇ, ਅਤੇ ਜਦੋਂ ਸੰਸਾਰ ਛੱਡ ਕੇ ਚਲੇ ਜਾਂਦੇ ਨੇ, ਬੰਦੇ ਹੀ ਨਹੀਂ ਰਹੇ, ਤੇ ਕਾਹਦੀ ਖੁਸ਼ੀ ਤੇ ਕਾਹਦੀ ਗਮੀ? ਹਜ਼ੂਰ ਕਹਿੰਦੇ ਜਦੋਂ ਹੈ ਹੀ ਮਾਲਕ ਇਕੱਲਾ ਸੀ, ਜਿਹਦਾ ਕੋਈ ਚਿੰਨ੍ਹ ਹੀ ਨਹੀਂ ਸੀ, ਤੇ ਫਿਰ ਕੀ ਹੈ? ਕਾਹਦੀ ਖੁਸ਼ੀ ਤੇ ਕਾਹਦੀ ਗਮੀ? ਫਿਰ ਵੇਖੋ ਜਬ ਆਪਨ ਆਪ ਪਾਰ ਬ੍ਰਹਮ, ਜਦੋਂ ਰੱਬ ਆਪਣੇ ਆਪ ਦੇ ਵਿੱਚ ਆਪ ਹੀ ਸੀ। ਮੈਂ ਇਸ ਕਰਕੇ ਵਰਤਦਾ ਪਿਆ ਹਾਂ ਕਿ ਇੱਕ ਨਿਰਗੁਣ ਅਵਸਥਾ ਹੈ ਹੁਣ ਵੀ ਉਸੇ ਰੂਪ ਦੇ ਵਿੱਚ, ਪਰ ਹੁਣ ਉਹਦਾ ਇੱਕ ਨਾਲ ਸਰਗੁਣ ਰੂਪ ਹੈ ਜਿਹਦੇ ਵਿੱਚ ਅਸੀਂ ਬੈਠ ਕੇ ਵਿਚਾਰ ਕਰਦੇ ਪਏ ਹਾਂ, ਵਿਆਖਿਆ ਹੋ ਰਹੀ ਹੈ। ਜਬ ਆਪਨ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ। ਤੇ ਮਰਦ ਕਹਿੰਦੇ ਨੇ ਜਦੋਂ ਹੈ ਹੀ ਰੱਬ ਇਕੱਲਾ ਸੀ ਤੇ ਉਹਨੂੰ ਦੂਸਰੇ ਦਾ ਮੋਹ ਕਿੱਥੇ ਪੈਦਾ ਹੋਣਾ ਸੀ? ਮੋਹ ਇੱਕ ਤਾਂ ਹੁੰਦਾ ਹੈ ਆਪਣੇ ਆਪ ਦਾ ਮੋਹ, ਇੱਕ ਹੁੰਦਾ ਹੈ ਕਿਸੇ ਦੂਸਰੇ ਦੇ ਉੱਤੇ ਮੋਹ, ਵੀ ਮੈਨੂੰ ਦੂਸਰਾ ਬੜਾ ਚੰਗਾ ਲੱਗਦਾ ਹੈ, ਚਾਹੇ ਚੀਜ਼ ਹੋਵੇ ਤੇ ਚਾਹੇ ਚੇਤਨ ਮਾਇਆ ਹੋਵੇ। ਜਦੋਂ ਦੂਜਾ ਹੈ ਹੀ ਨਹੀਂ ਤੇ ਮੋਹ ਕਿੱਥੇ ਹੋਣਾ ਸੀ? ਇਹ ਵੈਸੇ ਇਹਨੂੰ ਸਟੇਟ ਆਫ ਮਾਈਂਡ ਦੇ ਵਿੱਚ ਇੱਦਾਂ ਵੀ ਸਮਝਿਆ ਜਾ ਸਕਦਾ ਹੈ, ਜਦੋਂ ਮੈਂ ਅਗਲੇ ਪੈਂਡੇ ਨੂੰ ਵਾਪਸ ਉੱਥੇ ਲੈ ਆਵਾਂਗਾ ਨਾ, ਜਿਹਨੂੰ ਬਾਬਾ ਕਬੀਰ ਕਹਿੰਦੇ ਅਬ ਮਨ ਉਲਟ ਸਨਾਤਨ ਹੁਆ, ਮੈਨੂੰ ਪਤਾ ਲੱਗ ਜਾਵੇਗਾ ਵੀ ਮੇਰਾ ਕੰਪੀਟੀਸ਼ਨ ਤੇ ਮੇਰਾ ਕੰਪੈਰੀਜ਼ਨ ਕਿਸੇ ਨਾਲ ਨਹੀਂ ਹੋ ਸਕਦਾ। ਮੇਰੇ ਆਪਣੇ ਆਪ ਹੀ ਵੈਰ ਵਿਰੋਧ ਤੇ ਮੇਰੇ ਮੋਹ ਸਾਰੇ ਖਤਮ ਹੋ ਜਾਣਗੇ, ਕਿਉਂਕਿ ਦੂਜਾ ਹੀ ਨਹੀਂ ਹੋਵੇਗਾ ਨਾ। ਮੈਂ ਇਕੱਲਾ ਯੂਨੀਕ ਹੋਵਾਂਗਾ, ਸਾਰਿਆਂ ਨੂੰ ਮੈਂ ਸਪੇਸ ਦੇਵਾਂਗਾ, ਪਰ ਉਹਦੇ ਵਿੱਚ ਮੈਂ ਇਕੱਲਾ ਹੋਵਾਂਗਾ। ਹਜ਼ੂਰ ਕਹਿੰਦੇ ਨੇ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀਜਾ। ਸਤਿਗੁਰੂ ਕਹਿੰਦੇ ਨੇ ਆ ਜਗਤ ਦੀ ਖੇਡ ਬਣਾਉਣ ਵਾਲਾ, ਦੁਨੀਆ ਰਚਾਉਣ ਵਾਲਾ, ਇਹ ਤੇ ਆਪ ਹੀ ਮਾਲਕ ਆਪਣੀ ਖੇਡ ਵਰਤਾ ਦਿੰਦਾ ਹੈ। ਨਾਨਕ ਕਰਨਾ ਹਾਰ ਨਾ ਦੂਜਾ, ਉਹਦੇ ਤੋਂ ਬਿਨਾਂ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਦੂਜਾ ਹੋਰ ਹੈ ਕੌਣ ਹੈ? ਫਿਰ ਸਤਿਗੁਰੂ ਕਹਿੰਦੇ ਨੇ ਜਬ ਹੋਵਤ ਪ੍ਰਭ ਕੇਵਲ ਤਨੀ, ਜਦੋਂ ਕੇਵਲ ਤੇ ਕੇਵਲ ਰੱਬ ਆਪ ਹੀ ਮਾਲਕ ਸੀ, ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਤੇ ਮਰਦ ਕਹਿੰਦੇ ਫਿਰ ਕਿਹਨੂੰ ਉਹਨੇ ਬੰਨਣਾ ਸੀ?
ਤੇ ਕਿਹਨੂੰ ਉਹਨੇ ਮੁਕਤ ਕਰਨਾ ਸੀ। ਮੈਂ ਇਕੱਲਾ ਬੈਠਾ ਹੋਵਾਂਗਾ ਤੇ ਮੈਂ ਕਿਹਨੂੰ ਬੰਨ੍ਹ ਲਵਾਂਗਾ ਤੇ ਕਿਹਨੂੰ ਮੁਕਤ ਕਰ ਲਵਾਂਗਾ। ਕੋਈ ਹੋਵੇ ਲਾਗੇ, ਕੋਈ ਦੂਜਾ ਹੋਵੇ ਤੇ ਸਾਰਾ ਕੁਝ ਚੱਲੇ ਨਾ। ਸੰਸਾਰ ਦੀ ਖੇਡ ਜਦੋਂ ਚੱਲੇਗੀ ਦੂਜੇ ਨਾਲ ਚੱਲੇਗੀ। ਜਦੋਂ ਵੀ ਦੁਨੀਆ ਦੀ ਖੇਡ ਚੱਲੇਗੀ ਦੂਜੇ ਨਾਲ ਹੀ ਚੱਲਦੀ ਹੈ। ਦੂਜੇ ਤੋਂ ਹੀ ਤੀਜਾ ਹੁੰਦਾ, ਤੀਜੇ ਤੋਂ ਹੀ ਚੌਥਾ ਹੁੰਦਾ। ਪਰ ਮਾਲਕ ਇੱਦਾਂ ਦਾ ਹੈ ਜਿਹੜਾ ਇਕੱਲਾ ਹੈ, ਜਿਹਨੂੰ ਸਤਿਗੁਰੂ ਕਹਿੰਦੇ ਨੇ ਆਪਨ ਕੀਆ ਨਾਨਕਾ। ਉਹ ਇਕੱਲਾ ਚੱਲ ਸਕਦਾ ਹੈ। ਸੰਸਾਰ ਇਕੱਲਿਆਂ ਦੇ ਨਾਲ ਨਹੀਂ ਚੱਲਦਾ, ਸੰਸਾਰ ਦੋਵਾਂ ਰੂਪਾਂ ਦੇ ਵਿੱਚ ਹੀ ਚੱਲਦਾ ਹੈ। ਇਹਨੂੰ ਇੱਦਾਂ ਵੀ ਸਮਝਿਆ ਜਾ ਸਕਦਾ ਹੈ ਵੀ ਜਦੋਂ ਨਵਾਂ ਬੈਂਕ ਬਣਿਆ ਹੋਵੇ, ਅਜੇ ਨਾ ਤਾਂ ਉਹਦੇ ਕੋਲ ਕਿਸੇ ਨੇ ਡਿਪੋਜ਼ਿਟ ਕੀਤਾ ਸੀ ਅਤੇ ਨਾ ਹੀ ਕਿਸੇ ਨੇ ਉਹਦੇ ਕੋਲ ਪੈਸੇ ਲਏ ਸੀ, ਫਿਰ ਉਹਨੇ ਹਿਸਾਬ ਕਿਤਾਬ ਕਿੱਥੇ ਰੱਖਣਾ। ਹੌਲੀ ਹੌਲੀ ਗੱਲ ਬਣਦੀ ਹੈ ਨਾ ਵੀ ਹਿਸਾਬ ਵਾਲੇ ਵੀ ਆ ਗਏ, ਪੈਸੇ ਲੈਣ ਵਾਲੇ ਵੀ ਆ ਗਏ, ਪੈਸੇ ਦੇਣ ਵਾਲੇ ਹੀ ਆ ਗਏ, ਅਤੇ ਉਹਨਾਂ ਦਾ ਹੌਲੀ ਹੌਲੀ ਅਕਾਊਂਟ ਦੇ ਨਾਲ ਹਿਸਾਬ ਕਿਤਾਬ ਸਾਰੇ ਪਾਸੇ ਇੱਕ ਸਰਕਲ ਚੱਲਣਾ ਸ਼ੁਰੂ ਹੋ ਗਿਆ। ਹਜ਼ੂਰ ਕਹਿੰਦੇ ਜਦੋਂ ਹੈ ਹੀ ਰੱਬ ਇਕੱਲਾ ਸੀ, ਤਬ ਬੰਦ ਮੁਕਤ ਕੋ ਕਿਸ ਕੋ ਗਣੀ। ਕਿਹਨੂੰ ਗਿਣੀਏ ਵੀ ਮੁਕਤ ਸੀ ਅਤੇ ਕਿਹਨੂੰ ਗਿਣੀਏ ਵੀ ਉਹ ਬੱਝਾ ਹੋਇਆ ਸੀ, ਕੋਈ ਨਹੀਂ ਗਿਣ ਸਕਦੇ। ਜਬ ਇੱਕ ਹੈ ਹਰ ਅਗੰਮ ਅਪਾਰ, ਜਦੋਂ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਇੱਕ ਆਪਣੇ ਆਪ ਦੇ ਵਿੱਚ ਸੀ। ਫਿਰ ਕਹਿ ਦੇਵਾਂ, ਜੇ ਤਾਂ ਇੰਟਰਸਟਡ ਹੈ ਤਾਂ ਇਹ ਅਸ਼ਟਪਦੀ ਬੜੇ ਕਮਾਲ ਦੀ ਹੈ, ਅਤੇ ਜੇ ਸਾਡਾ ਇਹ ਪਾਸਾ ਨੇ ਖੁੱਲ੍ਹਾ ਤਾਂ ਸਾਡੇ ਲਈ ਬੜੀ ਵੱਖਰੀ ਜੀ ਵਿਆਖਿਆ ਹੈ। ਮੈਂ ਬੇਨਤੀ ਕਰ ਦੇਵਾਂ, ਜਬ ਇੱਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਫਿਰ ਕਾਹਦੇ ਨਰਕ ਤੇ ਕਾਹਦੇ ਸਵਰਗ, ਤੇ ਕਾਹਦੇ ਜਨਮ ਮਰਨ ਦੀ ਖੇਡ। ਇਹ ਤਾਂ ਸਾਰਾ ਕੁਝ ਤਾਂ ਹੈ ਵੀ ਸਰਗੁਣ ਹੋ ਗਿਆ ਹੈ। ਅੱਗੇ ਮਹਾਰਾਜ ਇਹਨੂੰ ਦੁਬਾਰਾ ਗੱਲ ਕਰਨਗੇ ਵੀ ਨਰਕ ਸਵਰਗ ਕਿੱਥੋਂ ਸ਼ੁਰੂ ਹੋ ਗਏ। ਜਦੋਂ ਇਕੱਲਾ ਮਾਲਕ ਹੈ ਫਿਰ ਕਾਹਦੇ ਨਰਕ ਤੇ ਕਾਹਦੇ ਸਵਰਗ ਨੇ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਜਦੋਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਤੇ ਰੱਬ ਸਹਿਜ ਸੁਭਾਅ ਆਪਣੇ ਆਪ ਦੇ ਵਿੱਚ ਟਿਕਿਆ ਹੋਇਆ ਸੀ, ਇਕੱਲਾ ਸੀ। ਹਜ਼ੂਰ ਕਹਿੰਦੇ ਨੇ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ। ਸ਼ਿਵ ਅਤੇ ਸ਼ਕਤ ਲਫ਼ਜ਼ ਤੁਸੀਂ ਬੜੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹੋਗੇ। ਸ਼ਿਵ ਦਾ ਮਤਲਬ ਹੁੰਦਾ ਹੈ ਸਾਡੇ ਅੰਦਰ ਜਿਹੜੀ ਚੇਤਨਤਾ ਹੈ ਮਾਲਕ ਦੀ, ਅਤੇ ਫਿਰ ਸ਼ਕਤੀ ਦਾ ਮਤਲਬ ਹੁੰਦਾ ਹੈ ਮਾਇਆ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਸਭ ਮਹਿ ਜੋਤ ਜੋਤ ਹੈ ਸੋਏ। ਇਹ ਤਾਂ ਠੀਕ ਹੈ ਵੀ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ, ਪਰ ਇਹਨੂੰ ਬਾਬਾ ਕਬੀਰ ਇਹ ਵੀ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ਼। ਇਹ ਅੰਸ਼ ਹੈ, ਇਹ ਸੰਪੂਰਨ ਨਹੀਂ ਹੈ ਅਜੇ। ਇਹਦਾ ਮਤਲਬ ਜਿੱਦਾਂ ਇੱਕ ਪਾਣੀ ਦਾ ਛੋਟੀ ਜਿਹੀ ਪਾਣੀ ਦੀ ਬੂੰਦ ਹੁੰਦੀ ਹੈ, ਉਹ ਕੰਪਲੀਟ ਹੁੰਦੀ ਹੈ ਪਰ ਸਮੁੰਦਰ ਨਹੀਂ ਹੁੰਦੀ। ਕੰਪਲੀਟ ਜ਼ਰੂਰ ਹੁੰਦੀ ਹੈ, ਉਹਦੇ ਵਿੱਚ ਉਹੀ ਗੁਣ ਹੋਣਗੇ ਜੋ ਸਮੁੰਦਰ ਦੇ ਵਿੱਚ ਹੋਣਗੇ, ਪਰ ਉਹਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਬੂੰਦ ਸਮੁੰਦਰ ਹੈ। ਬੂੰਦ ਬੂੰਦ ਹੀ ਹੈ। ਸਾਡੇ ਅੰਦਰ ਮਾਲਕ ਦੀ ਜੋਤ ਹੈ, ਪਰ ਇੱਦਾਂ ਕਹਿ ਲਈਏ ਵੀ ਉਸ ਬੂੰਦ ਦੇ ਵਰਗੀ ਹੈ ਜਿਹਦੇ ਵਿੱਚ ਤੱਤ ਸਾਰੇ ਨੇ, ਪਰ ਕੰਪਲੀਟ ਸਮੁੰਦਰ ਨਹੀਂ ਕਿਹਾ ਜਾ ਸਕਦਾ। ਸਮੁੰਦਰ ਕੁਝ ਹੋਰ ਹੈ, ਸਮੁੰਦਰ ਮਾਲਕ ਹੈ। ਇਹਨੂੰ ਹੁਣ ਸਤਿਗੁਰੂ ਕਹਿੰਦੇ ਨੇ ਕਿ ਜਿਸ ਵੇਲੇ ਰੱਬ ਕੇਵਲ ਤੇ ਕੇਵਲ ਆਪ ਸੀ, ਉਦੋਂ ਦੱਸੋ ਵੀ ਕਿੱਥੇ ਬੰਦੇ ਦੇ ਅੰਦਰ ਜਿਹੜੀ ਉਹਦੀ ਜੀਵ ਦੀ ਹੋਂਦ ਹੈ ਅਤੇ ਮਾਇਆ ਦੀ ਖੇਡ ਸੀ, ਉਹ ਕਿੱਥੇ ਵਰਤਣੀ ਸੀ। ਕੁਝ ਵੀ ਨਹੀਂ ਸੀ ਉਦੋਂ, ਤੇ ਇਸ ਪਾਸੇ ਦਾ ਨਾ ਅੰਦਰ ਦੀ ਜੋਤ ਦੀ ਗੱਲ, ਕਿਉਂਕਿ ਮੈਂ ਹੀ ਨਹੀਂ ਤੇ ਜੋਤ ਕੀ ਹੋਣੀ ਸੀ। ਹਜ਼ੂਰ ਦੇ ਬਚਨ ਵੇਖੋ, ਜਬ ਆਪਹਿ ਆਪ ਆਪਣੀ ਜੋਤ ਧਰੈ। ਜਦੋਂ ਰੱਬ ਆਪਣੀ ਆਪ ਜੋਤ ਧਰ ਕੇ ਬੈਠਾ ਸੀ, ਮਤਲਬ ਜਦੋਂ ਆਪਣੀ ਤਾਕਤ ਦੇ ਵਿੱਚ, ਆਪਣੀ ਸ਼ਕਤੀ ਦੇ ਵਿੱਚ ਰੱਬ ਆਪ ਹੀ ਜੀ ਰਿਹਾ ਸੀ, ਫਿਰ ਕੀ ਹੋ ਗਿਆ। ਤਬ ਕਵਨ ਨਿਡਰ ਕਵਨ ਕਤ ਡਰੈ। ਵੀ ਡਰਨ ਨੂੰ ਵੀ ਅਤੇ ਨਿਡਰ ਹੋਣ ਦੇ ਲਈ ਵੀ ਸੈਕੰਡਰੀ ਦੂਜਾ ਚਾਹੀਦਾ ਹੈ, ਵੀ ਇਹਦੇ ਤੋਂ ਮੈਂ ਡਰਦਾ ਹਾਂ ਅਤੇ ਇਹਨੂੰ ਮੈਂ ਡਰਾਉਂਦਾ ਹਾਂ। ਉਹ ਦੋ ਜਣੇ ਚਾਹੀਦੇ ਨੇ। ਅਤੇ ਮਹਾਰਾਜ ਕਹਿੰਦੇ ਜਦੋਂ ਹੈ ਹੀ ਰੱਬ ਇਕੱਲਾ ਸੀ ਅਤੇ ਕਿਹਨੇ ਡਰਨਾ ਸੀ ਅਤੇ ਕਿਹਨੇ ਡਰਾਉਣਾ ਸੀ। ਇਸ ਕਰਕੇ ਨਿਰਭਉ ਮਾਲਕ ਨੇ ਇਸ ਕਰਕੇ ਮੂਲ ਮੰਤਰ 'ਚ ਬੋਲਿਆ ਹੈ ਵੀ ਨਿਰਭਉ ਹੈ, ਅਤੇ ਉਹਦੇ ਅੰਦਰ ਡਰ ਦੀ ਭਾਵਨਾ ਹੈ ਹੀ ਨਹੀਂ। ਉਹਦੇ ਜਿੱਡਾ ਹੋਵੇ ਤੇ ਡਰੇ, ਅਤੇ ਉਹਦੇ ਜਿੱਡਾ ਹੋਵੇ ਤੇ ਕਿਸੇ ਨੂੰ ਡਰਾਵੇ। ਹਜ਼ੂਰ ਕਹਿੰਦੇ ਨੇ ਭਾਈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲਿਤ ਆਪ ਕਰਨੈ ਹਾਰ। ਇਹ ਤਾਂ ਮਾਲਕ ਆਪ ਹੀ ਆਪਣੀ ਖੇਡ ਵਰਤਾਉਣ ਵਾਲਾ ਹੈ। ਆਖਰੀ ਪਦ 'ਤੇ ਆ ਜਾਏਗਾ ਵੀ ਖੇਡ ਹੈ। ਰੱਬ ਲਈ ਕੀ ਹੈ? ਰੱਬ ਲਈ ਛੋਟੀ ਮੋਟੀ ਖੇਡ ਹੈ ਬਸ। ਦੁਨੀਆ ਇਹਦੇ ਤੋਂ ਵੱਧ ਕੀ ਹੈ? ਸਾਡੇ ਲਈ ਸਾਰੇ ਸੁਪਨੇ ਨੇ। ਰੱਬ ਲਈ ਕੀ ਹੈ? ਕੁਝ ਵੀ ਨਹੀਂ। ਪਤਾ ਨਹੀਂ ਅਗਲੇ ਪਲ ਦੇ ਵਿੱਚ ਕੀ ਹੋ ਜਾਵੇ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਕਿੰਨਾ ਕੁਝ ਸੋਚਿਆ ਹੁੰਦਾ ਨਾ। ਹਜ਼ੂਰ ਕਹਿੰਦੇ ਨੇ ਆਪਨ ਚਲਿਤ ਆਪ ਕਰਨੈ ਹਾਰ। ਰੱਬ ਆਪਣੀਆਂ ਖੇਡਾਂ ਆਪ ਹੀ ਵਰਤਾਉਣ ਵਾਲਾ ਹੈ। ਨਾਨਕ ਠਾਕੁਰ ਅਗੰਮ ਅਪਾਰ, ਬੇਅੰਤ ਹੈ ਅਕਾਲ ਪੁਰਖ ਵਾਹਿਗੁਰੂ। ਅਬਿਨਾਸੀ ਸੁਖ ਆਪਨ ਆਸਨ। ਜਦੋਂ ਅਬਿਨਾਸੀ ਵਾਹਿਗੁਰੂ ਸੁੱਖ ਦੇ ਨਾਲ ਆਪਣੇ ਆਸਣ ਦੇ ਉੱਤੇ ਟਿਕਿਆ ਹੋਇਆ ਸੀ, ਮਤਲਬ ਫਿਰ ਇੱਥੇ ਉਹੀ ਵਿਆਖਿਆ ਆਵੇਗੀ ਵੀ ਆਪਣੇ ਆਪ ਦੇ ਵਿੱਚ ਜੋ ਆਨੰਦ ਲੈ ਰਿਹਾ ਸੀ। ਕਈਆਂ ਨੂੰ ਆਨੰਦ ਲੈਣ ਲਈ ਅਦਰਸ ਦੀ ਜ਼ਰੂਰਤ ਪੈਂਦੀ ਹੈ ਵੀ ਮੈਂ ਉਹਨੂੰ ਨੱਚਦਾ ਵੇਖਾਂਗਾ ਫਿਰ ਮੈਨੂੰ ਬੜਾ ਮਜ਼ਾ ਆਉਂਦਾ, ਮੈਂ ਉਹਨੂੰ ਗਾਉਂਦਾ ਵੇਖਾਂਗਾ ਫਿਰ ਮੈਨੂੰ ਬੜਾ ਮਜ਼ਾ ਆਉਂਦਾ,
ਮਤਲਬ ਮੇਰਾ ਪੀਸ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੀ ਮੇਰਾ ਆਪਣੇ ਆਪ ਦੇ ਵਿੱਚ ਹੈ, ਪਰ ਮੈਨੂੰ ਬਾਕੀ ਦੁਨੀਆ ਦੀ ਲੋੜ ਹੈ। ਨਾ ਹੋਵੇ ਮੇਰੇ ਲਾਗੇ ਕੋਈ, ਤੇ ਕਈਆਂ ਤੋਂ ਮੈਂ ਅਕਸਰ ਕਹਿੰਦਾ ਨਾ ਵੀ ਕਈਆਂ ਨੂੰ ਇੰਨੀ ਆਦਤ ਹੁੰਦੀ ਵੀ ਉਹਨਾਂ ਨੂੰ ਕੋਈ ਗੱਲ ਕਰਨ ਵਾਲਾ ਨਾ ਮਿਲੇ ਤਾਂ ਕੰਧਾਂ ਨਾਲ ਹੀ ਗੱਲਾਂ ਕਰਨ ਲੱਗ ਪੈਂਦੇ ਨੇ, ਕਿਉਂਕਿ ਉਹਨਾਂ ਨੂੰ ਲੋੜ ਹੈ ਦੂਜੇ ਦੀ, ਇੰਨੀ ਡਿਪੈਂਡੇਬਿਲਿਟੀ ਹੈ ਉਹਨਾਂ ਦੀ ਦੂਸਰੇ ਦੇ ਉੱਤੇ। ਮਰਦ ਕਹਿੰਦੇ ਨੇ ਜਦੋਂ ਰੱਬ ਸੁੱਖ ਦੇ ਨਾਲ ਆਪਣੇ ਆਸਣ 'ਤੇ ਬੈਠਾ ਸੀ, ਆਪਣੇ ਆਪ ਦੇ ਵਿੱਚ ਮਸਤ ਸੀ। ਹੋਣਾ ਵੈਸੇ ਸਾਡੇ ਸੁਭਾਅ ਦੇ ਵਿੱਚ ਵੀ ਇੱਦਾਂ ਚਾਹੀਦਾ ਹੈ, ਮਾਲਕ ਨੇ ਪਾਇਆ ਹੈ, ਪ੍ਰੈਕਟਿਸ ਕਰਾਂਗੇ ਤੇ ਹੋ ਜਾਵੇਗਾ। ਤਾਂ ਜਨਮ ਮਰਨ ਕਹੋ ਕਹਾ ਬਿਨਾਸਨ, ਤੇ ਮਰਦ ਕਹਿੰਦੇ ਕਾਹਦਾ ਜਨਮ ਤੇ ਕਾਹਦਾ ਮਰਨ ਤੇ ਕਾਹਦਾ ਨਾਸ਼ ਹੋਣ ਦਾ ਖੇਡ ਹੈ ਹੀ ਰੱਬ ਇਕੱਲਾ ਹੈ। ਜਬ ਪੂਰਨ ਕਰਤਾ ਪ੍ਰਭ ਸੋਏ, ਜਦੋਂ ਰੱਬ ਆਪ ਹੀ ਪੂਰਨ ਹੈ, ਕੰਪਲੀਟ ਹੈ, ਤਬ ਜਮ ਕੀ ਤਰਾਸ ਕਹੋ ਕਿਸ ਹੋਏ, ਤੇ ਫਿਰ ਮੌਤ ਦਾ ਡਰ ਕਿਹਨੂੰ ਹੋਣਾ ਸੀ? ਹੈ ਹੀ ਇਕੱਲਾ ਰੱਬ, ਤੇ ਰੱਬ ਨੂੰ ਮੌਤ ਦਾ ਕਾਹਦਾ ਡਰ? ਮੌਤ ਦਾ ਡਰ ਤੇ ਦੂਜਿਆਂ ਲਈ ਹੋ ਗਿਆ ਨਾ। ਹਜ਼ੂਰ ਕਹਿੰਦੇ ਨੇ ਜਬ ਅਭਿਗਤ ਅਗੋਚਰ ਪ੍ਰਭ ਏਕਾ। ਅਭਿਗਤ ਲਫ਼ਜ਼ ਜਿਹੜਾ ਬਣਿਆ ਹੈ ਨਾ, ਅਵਿਅਕਤ ਤੋਂ ਬਣਿਆ ਹੈ। ਵਿਅਕਤੀ ਦਾ ਮਤਲਬ ਹੁੰਦਾ ਹੈ ਜੋ ਨਜ਼ਰ ਆਉਂਦਾ ਹੈ, ਅਵਿਅਕਤ ਦਾ ਮਤਲਬ ਹੈ ਜੋ ਨਜ਼ਰ ਨਹੀਂ ਆਉਂਦਾ। ਇਹਦੋਂ ਤਾਂ ਲਫ਼ਜ਼ ਬਣਿਆ ਹੈ ਅਭਿਗਤ। ਜਬ ਅਭਿਗਤ, ਜਦੋਂ ਅਕਾਲ ਪੁਰਖ ਵਾਹਿਗੁਰੂ ਜੋ ਨਜ਼ਰ ਨਹੀਂ ਆਉਂਦਾ, ਜੋ ਵਿਅਕਤੀ ਦੇ ਵਾਂਗੂ ਵੇਖਿਆ ਨਹੀਂ ਜਾਂਦਾ, ਅਗੋਚਰ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜਦੋਂ ਕੇਵਲ ਤੇ ਕੇਵਲ ਇੱਕ ਹੀ ਆਪਣੇ ਆਪ ਦੇ ਵਿੱਚ ਸੀ, ਤਬ ਚਿੱਤਰਗੁਪਤ ਕਿਸ ਪੁੱਛਤ ਲੇਖਾ। ਮਹਾਰਾਜ ਕਹਿੰਦੇ ਫਿਰ ਚਿੱਤਰਗੁਪਤ ਨੇ ਕਿਹਦੇ ਕੋਲੋਂ ਲੇਖਾ ਪੁੱਛਣਾ ਸੀ? ਇਹ ਹੁਣ ਦੀਆਂ ਖੇਡਾਂ ਨੇ ਨਾ, ਲੋਕੀ ਕਹਿੰਦੇ ਜੀ ਪਾਪ ਹੋ ਜਾਂਦਾ, ਪੁੰਨ ਹੋ ਜਾਂਦਾ, ਨਰਕ ਹੋ ਜਾਂਦਾ, ਸਵਰਗ ਹੋ ਜਾਂਦਾ ਜੀ, ਚਿੱਤਰਗੁਪਤ ਲੇਖਾ ਪੁੱਛਦੇ। ਉਹ ਮਹਾਰਾਜ ਕਹਿੰਦੇ ਰੱਬ ਨੂੰ ਇਹਨਾਂ ਦੇ ਨਾਲ ਕੀ ਲੱਗੇ? ਜਦੋਂ ਰੱਬ ਇਕੱਲਾ ਹੈ ਤਾਂ ਫਿਰ ਕੋਈ ਚਿੱਤਰਗੁਪਤ ਨਹੀਂ ਹੈ, ਉਹਨੇ ਕੀ ਲੇਖਾ ਪੁੱਛ ਲੈਣਾ ਹੈ? ਉਦੋਂ ਤਾਂ ਚਿੱਤਰਗੁਪਤ ਵੀ ਨਹੀਂ ਹੈ ਜਦੋਂ ਮਾਲਕ ਇਕੱਲਾ ਹੈ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਨਾਥ ਦਾ ਮਤਲਬ ਹੈ ਮਾਲਕ, ਨਿਰੰਜਨ ਦਾ ਮਤਲਬ ਹੈ ਜਿਹੜਾ ਕਾਲਖ ਤੋਂ ਰਹਿਤ ਹੈ, ਮਤਲਬ ਜਿਹਦੇ ਉੱਤੇ ਕੋਈ ਦਾਗ ਨਹੀਂ ਹੈ। ਅਗੋਚਰ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਅਗਾਧ ਦੇ ਜਿਹੜਾ ਅਗਾਧ ਹੈ, ਅਥਾਹ ਹੈ। ਜਦੋਂ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਆਪ ਹੈ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਮਰਦ ਕਹਿੰਦੇ ਕਿੰਨੇ ਬੰਧਨਾਂ ਦੇ ਵਿੱਚ ਬੱਝਣਾ ਸੀ ਤੇ ਕਿੰਨੇ ਛੁੱਟਣਾ ਸੀ। ਫਿਰ ਸਮਝ ਲਈਏ ਜੇ ਇਕੱਲੇ ਹੋਵਾਂਗੇ ਤੇ ਕੀ ਆਪਣੇ ਆਪ ਨੂੰ ਬੰਨ੍ਹ ਲਵਾਂਗੇ ਤੇ ਕੀ ਆਪਣੇ ਆਪ ਨੂੰ ਖੋਲ੍ਹ ਲਵਾਂਗੇ। ਦੂਜੇ ਨੂੰ ਬੰਨ੍ਹਣ ਦਾ ਤਾਂ ਮਜ਼ਾ ਵੀ ਆ, ਦੂਜੇ ਨੂੰ ਆਜ਼ਾਦ ਕਰਨ ਦਾ ਤਾਂ ਮਜ਼ਾ ਵੀ ਆਉਂਦਾ ਹੈ। ਇਕੱਲੇ ਬੈਠੇ ਹਾਂ, ਕੀ ਬੰਨ੍ਹ ਲਵਾਂਗੇ ਆਪਣੇ ਆਪ ਨੂੰ? ਰੱਬ ਇੱਦਾਂ ਇਕੱਲੇ ਦੇ ਰੂਪ ਦੇ ਵਿੱਚ ਹੈ। ਹਜ਼ੂਰ ਕਹਿੰਦੇ ਨੇ ਆਪਨ ਆਪ ਹੀ ਅਚਰਜਾ, ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੈ, ਤੇ ਉਹ ਹੈ ਵੀ ਆਪਣੇ ਆਪ ਦੇ ਵਰਗਾ ਆਪ ਹੀ ਹੈ, ਉਹਦੇ ਵਰਗਾ ਦੂਜਾ ਕੋਈ ਵੀ ਨਹੀਂ ਹੈ। ਵੈਸੇ ਤਾਂ ਕਾਇਨਾਤ ਦੇ ਵਿੱਚ ਕੋਈ ਵੀ ਦੂਜੀ ਚੀਜ਼ ਦੂਜੇ ਵਰਗੀ ਹੈ ਹੀ ਨਹੀਂ ਹੈ। ਰੱਬ ਇੱਕ ਹੈ, ਉਹਨੇ ਜੋ ਕੁਝ ਪੈਦਾ ਕੀਤਾ ਹੈ ਵੇਖਣ ਨੂੰ ਲੱਗਦਾ ਵੀ ਦੂਜੇ ਦੇ ਵਰਗਾ ਹੈ। ਬਹੁਤ ਸਾਨੂੰ ਇੰਝ ਲੱਗੇਗਾ ਸਿਮਿਲੈਰਿਟੀ ਬੜੀ ਹੈ, ਪਰ ਕਿਤੇ ਵੀ ਸਿਮਿਲੈਰਿਟੀ ਨਹੀਂ ਹੈ, ਸਿਰਫ ਇੱਕ ਹੀ ਇੱਕ ਹੈ ਹਰ ਥਾਂ ਦੇ ਉੱਤੇ। ਅਸੀਂ ਆਪਣੀ ਸਹੂਲਤ ਲਈ 1+1 ਨੂੰ 2 ਕਰ ਦਿੱਤਾ ਹੈ ਉਹ ਵੀ ਉਹਦੀ ਵੀ ਇੱਕ ਯੂਨੀਕ ਆਇਡੈਂਟੀਟੀ ਹੈ ਉਸ ਇੱਕ ਦੀ। 2 ਦੀ ਹੋਂਦ ਕੀ ਹੈ? ਉਹ ਇੱਕ ਨੇ ਆਪਣਾ ਵਿਸਥਾਰ ਕੀਤਾ ਹੈ। ਹਜ਼ੂਰ ਕਹਿੰਦੇ ਆਪਨ ਆਪ ਹੀ ਅਚਰਜਾ, ਰੱਬ ਨੇ ਹੈਰਾਨ ਕਰ ਦੇਣ ਵਾਲਾ ਰੂਪ ਵੀ ਆਪ ਹੀ ਬਣਾਇਆ ਹੈ। ਨਾਨਕ ਆਪਨ ਰੂਪ ਆਪ ਹੀ ਉਪਰਜਾ, ਆਪਣਾ ਆਕਾਰ ਆਪਣਾ ਰੂਪ ਵੀ ਉਹਨੇ ਆਪ ਉਪਾਰਜਿਆ ਹੈ, ਭਵ ਕੇ ਪੈਦਾ ਕੀਤਾ ਹੈ। ਫਿਰ ਵੇਖੋ ਜਹ ਨਿਰਮਲ ਪੁਰਖ ਪਤ ਹੋਤਾ, ਜਿੱਥੇ ਨਿਰਮਲ ਪੁਰਖ, ਨਿਰਮਲ ਦਾ ਭਾਵ ਪਵਿੱਤਰ ਰੱਬ ਆਪਣੇ ਆਪ ਦੇ ਵਿੱਚ ਹੀ ਸੀ, ਤੇ ਫਿਰ ਤਾਂ ਬਿਨ ਮੈਲ ਕਹੂ ਕਿਆ ਧੋਤਾ, ਜਦੋਂ ਮੈਂ ਹਾਂ ਹੀ ਨਿਰਮਲ ਤੇ ਮੈਨੂੰ ਮੈਲ ਧੋਣ ਦੀ ਲੋੜ ਹੀ ਕੀ ਹੈ। ਤੇ ਮਹਾਰਾਜ ਕਹਿੰਦੇ ਜਦੋਂ ਰੱਬ ਹੈ ਹੀ ਨਿਰਮਲ ਸੀ ਤੇ ਉੱਥੇ ਮੈਲ ਕਿਹਦੀ ਧੋਣੀ ਸੀ? ਪਹਿਲੀ ਗੱਲ ਤਾਂ ਮੈਲ ਦੀ ਹੋਂਦ ਹੀ ਨਹੀਂ ਉੱਥੇ, ਤੇ ਜੇ ਹੋਵੇ ਵੀ ਪਹਿਲੀ ਗੱਲ ਤਾਂ ਉਹੀ ਹੈ ਵੀ ਹੋ ਹੀ ਨਹੀਂ ਸਕਦੀ, ਕਿਉਂਕਿ ਮਾਲਕ ਨਿਰਮਲ ਹੈ। ਮੈਲ ਫਿਰ ਦੂਜੀ ਗੱਲ ਆ ਗਈ ਨਾ, ਇਸ ਕਰਕੇ ਮਹਾਰਾਜ ਕਹਿੰਦੇ ਕਿੰਨੇ ਮੈਲ ਧੋਣੀ ਸੀ ਉੱਥੇ। ਫਿਰ ਬਚਨ ਵੇਖੋ ਜਹਾਂ ਨਿਰੰਜਨ ਨਿਰੰਕਾਰ ਨਿਰਵਾਣ, ਜਿੱਥੇ ਵਾਸ਼ਨਾ ਤੋਂ ਰਹਿਤ ਨਿਰੰਜਨ ਨਿਰੰਕਾਰ ਸੀ, ਤਹ ਕੌਣ ਕਉ ਮਾਨ ਕੌਣ ਅਭਿਮਾਨ। ਉੱਥੇ ਕਿਹਨੂੰ ਮਾਣ ਮਿਲਣਾ ਹੈ ਤੇ ਕਿਹਨੂੰ ਜਿਹੜਾ ਹੈ ਉਹ ਇੱਦਾਂ ਕਹਿ ਲਈਏ ਵੀ ਤਹ ਕੌਣ ਕਉ ਮਾਨ ਕੌਣ ਅਭਿਮਾਨ, ਕਿਹਨੂੰ ਹੰਕਾਰ ਹੋਣਾ ਸੀ। ਬੱਚਾ ਸਾਡਾ ਕਲਾਸ ਦੇ ਵਿੱਚੋਂ ਜਦੋਂ ਫਸਟ ਆਉਂਦਾ ਹੈ ਨਾ, ਤੇ ਫਸਟ ਤਾਂ ਹੀ ਆਉਂਦਾ ਹੈ ਉਹਨੂੰ ਪਤਾ ਵੀ ਕੋਈ ਸੈਕਿੰਡ ਵੀ ਆਇਆ, ਉਹਨੂੰ ਪਤਾ ਵੀ ਕੋਈ ਥਰਡ ਵੀ ਆਇਆ ਹੈ। ਫਿਰ ਉਹਨਾਂ ਦੇ ਉੱਤੇ ਦੱਸੇਗਾ ਨਾ ਵੀ ਹਾਂ ਮੈਂ ਫਸਟ ਆਇਆ ਹਾਂ, ਇੱਕ ਮਨ ਦੇ ਵਿੱਚ ਗੱਲ ਬਣਦੀ ਆ ਵੀ ਹਾਂ ਮੈਂ ਇਹਨਾਂ ਤੋਂ ਥੋੜ੍ਹਾ ਜਿਹਾ ਤਾਂ ਉੱਚਾ ਹਾਂ। ਜਦੋਂ ਗ੍ਰੇਡ ਆ ਜਾਂਦੇ ਨੇ, ਗ੍ਰੇਡ ਆਪਣੇ ਆਪ ਹੀ ਇੱਕ ਸਾਡੇ ਅੰਦਰ ਇੱਕ ਖਿੱਚ ਪੈਦਾ ਕਰ ਦਿੰਦੇ ਨੇ ਵੀ ਆਹ ਵੱਡਾ ਹੈ ਆਹ ਛੋਟਾ ਹੋ ਗਿਆ। ਅਤੇ ਜਿਸ ਕਲਾਸ ਦੇ ਵਿੱਚ ਬੱਚਾ ਇਕੱਲਾ ਹੀ ਪੜ੍ਹਦਾ ਹੋਵੇ ਉੱਥੇ ਕੀ ਕਰੋਗੇ? ਅਤੇ ਇੱਦਾਂ ਸਮਝ ਲਈਏ
ਵੀ ਜਿਨ੍ਹਾਂ ਘਰਾਂ ਦੇ ਵਿੱਚ ਤੇ ਚਲੋ 2-3 ਭੈਣ ਭਰਾ ਹੈ ਨੇ, ਉੱਥੇ ਤੇ ਸੋਚਿਆ ਵੀ ਆਹ ਚੀਜ਼ ਉਹਨੂੰ ਵੀ ਦੇਣੀ ਆ ਮੇਰਾ ਦੂਜਾ ਭਰਾ ਹੈ, ਦੂਜੀ ਭੈਣ ਹੈ, ਇਹਨੂੰ ਵੀ ਚੀਜ਼ਾਂ ਦੇਣੀਆਂ ਨੇ। ਜਿੱਥੇ ਬੱਚਾ ਹੈ ਹੀ ਇਕੱਲਾ ਹੈ, ਉੱਥੇ ਤੇ ਇਕੱਲੇ ਦਾ ਹੀ ਹੈ ਨਾ ਸਾਰਾ ਕੁਝ। ਹਜ਼ੂਰ ਨੇ ਇੱਦਾਂ ਸਮਝਾਇਆ ਹੈ ਵੀ ਭਾਈ ਇਹਨੂੰ ਇਕੱਲੀ ਹੋਂਦ ਨੂੰ ਵੀ ਸਮਝ ਕੇ ਵੇਖੋ। ਜਿੱਥੇ ਰੱਬ ਹੈ ਹੀ ਇਕੱਲਾ ਸੀ, ਉੱਥੇ ਮਾਣ ਅਭਿਮਾਨ ਕਾਹਦਾ ਹੋਣਾ, ਬੰਦੇ ਨੂੰ ਹੰਕਾਰ ਕਾਹਦਾ ਹੋ ਜਾਵੇ। ਹੰਕਾਰ ਤੇ ਦੂਜਿਆਂ ਤੋਂ ਹੋਵੇਗਾ ਨਾ, ਵੀ ਇਹਦੇ ਨਾਲੋਂ ਮੇਰੇ ਕੋਲੋਂ ਜ਼ਿਆਦਾ ਆ ਹੈ। ਸਤਿਗੁਰੂ ਕਹਿੰਦੇ ਕੀ ਹੈ, ਰੱਬ ਇਕੱਲਾ ਹੈ, ਉਹਨੂੰ ਕਾਹਦਾ ਹੰਕਾਰ। ਜਹਾਂ ਸਰੂਪ ਕੇਵਲ ਜਗਦੀਸ਼, ਜਿੱਥੇ ਕੇਵਲ ਤੇ ਕੇਵਲ ਰੱਬੀ ਸਰੂਪ ਹੈ। ਹਜ਼ੂਰ ਕਹਿੰਦੇ ਤਹਿ ਛਲ ਛਿਦਰ ਲਗਤ ਕਹੋ ਕੀਸ, ਜਿੱਥੇ ਰੱਬ ਆਪ ਹੀ ਹੈ, ਉੱਥੇ ਕਿਸੇ ਨੂੰ ਧੋਖਾ ਕੀ ਦਿੱਤਾ ਜਾਣਾ ਸੀ। ਧੋਖੇ ਤੇ ਅਦਰਸ ਦੇ ਨਾਲ ਨੇ, ਸੈਕੰਡਰੀ ਹੈ ਧੋਖਾ, ਦੂਜਿਆਂ ਨੂੰ ਦਿੱਤਾ ਜਾ ਸਕਦਾ ਹੈ, ਰੱਬ ਨੂੰ ਕੀ ਧੋਖਾ ਦਿੱਤਾ ਜਾ ਸਕਦਾ ਹੈ। ਛਲ ਛਿਦਰ, ਛਿਦਰ ਦਾ ਮਤਲਬ ਹੈ ਕਮਜ਼ੋਰੀ। ਲਗਤ ਕਹੋ ਕੀਸ, ਕੀ ਕਿਸੇ ਨੂੰ ਕਮਜ਼ੋਰੀ ਲੱਗਦੀ ਸੀ। ਜਹਾਂ ਜੋਤ ਸਰੂਪੀ ਜੋਤ ਸੰਗ ਸਮਾਵੈ, ਜਦੋਂ ਜੋਤ ਸਰੂਪ ਵਾਹਿਗੁਰੂ ਆਪਣੀ ਜੋਤ ਦੇ ਨਾਲ ਹੀ ਮਿਲਿਆ ਹੋਇਆ ਹੈ। ਫਿਰ ਤਾਂ ਕਿਸੇ ਭੂਖ ਕਵਨ ਤ੍ਰਿਪਤਾਵੇ, ਫਿਰ ਭੁੱਖ ਕਿਹਨੂੰ ਲੱਗਣੀ ਸੀ, ਰੱਬ ਨੂੰ ਕਾਹਦੀ ਭੁੱਖ ਹੈ। ਤੇ ਫਿਰ ਜਦੋਂ ਭੁੱਖ ਹੀ ਨਹੀਂ ਤੇ ਫਿਰ ਰਜਾਉਣਾ ਕਿਹਨੂੰ ਸੀ। ਹਜ਼ੂਰ ਕਹਿੰਦੇ ਤਾਂ ਕਿਸੇ ਭੂਖ ਕਵਨ ਤ੍ਰਿਪਤਾਵੇ, ਕਰਨ ਕਰਾਵਨ ਕਰਨੈ ਹਾਰ। ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰਾ ਕੁਝ ਕਰਨ ਵਾਲਾ ਤੇ ਜੀਵਾਂ ਦੇ ਕੋਲੋਂ ਕਰਾਉਣ ਵਾਲਾ ਹੈ। ਨਾਨਕ ਕਰਤੇ ਕਾ ਨਾਹੀਂ ਸੁਮਾਰ, ਉਸ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਬ ਆਪਣੀ ਸ਼ੋਭਾ ਆਪਨ ਸੰਗ ਬਣਾਈ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਸ਼ੋਭਾ ਕਰਨ ਵਾਲਾ ਹੋਰ ਕੋਈ ਹੈ ਹੀ ਨਹੀਂ ਸੀ। ਮਤਲਬ ਹੁਣ ਤੇ ਇਹ ਨਾ ਵੀ ਕੋਈ ਜਿੱਤ ਕੇ ਆਉਂਦਾ ਹੈ ਤੇ 4-5 ਉਹਦੇ ਬੰਦੇ ਗੁਣ ਗਾਉਣ ਵਾਲੇ ਨੇ, ਤੇ ਲੱਗਦਾ ਵੀ ਹਾਂ ਮੈਂ ਬੜਾ ਨਾਮ ਖੱਟ ਲਿਆ ਹੈ। ਤੇ ਜੇ ਇਹ 4-5 ਬੰਦੇ ਨਾ ਹੋਣ, ਕੋਈ ਤਾਰੀਫ ਕਰਨ ਵਾਲਾ ਨਾ ਹੋਵੇ, ਕੋਈ ਸ਼ੋਭਾ ਕਰਨ ਵਾਲਾ ਨਾ ਹੋਵੇ, ਤੇ ਬਹੁਤੀ ਵਾਰ ਬੰਦੇ ਨੂੰ ਇੰਝ ਲੱਗਦਾ ਵੀ ਮੇਰੇ ਜਿੱਤਣ ਦਾ ਫਾਇਦਾ ਨਹੀਂ ਹੋਇਆ। ਕਿਉਂਕਿ ਲੋਕਾਂ ਨੇ ਤੇ ਮੇਰਾ ਸਨਮਾਨ ਹੀ ਨਹੀਂ ਕੀਤਾ। ਸਾਨੂੰ ਸ਼ੋਭਾ ਲੈਣ ਲਈ ਵੀ ਦੁਨੀਆ ਚਾਹੀਦੀ ਹੈ, ਸਾਨੂੰ ਆਪਣੀ ਆਕੜ ਵਿਖਾਉਣ ਦੇ ਲਈ ਵੀ ਦੁਨੀਆ ਚਾਹੀਦੀ ਹੈ। ਮੈਂ ਕਿੰਨਾ ਵੀ ਹੰਕਾਰੀ ਹੋਵਾਂ, ਇਕੱਲਾ ਹੋਵਾਂ ਤਾਂ ਮਜ਼ਾ ਹੀ ਨਹੀਂ ਆਵੇਗਾ ਜ਼ਿੰਦਗੀ ਜੀਣ ਦਾ। ਹੰਕਾਰ ਦੱਸਣਾ ਪੈਂਦਾ ਨਾ ਦੂਜਿਆਂ ਨੂੰ, ਲਾਲਚ ਦੱਸਣਾ ਪੈਂਦਾ ਦੂਜਿਆਂ ਨੂੰ ਵੀ ਮੈਂ ਹਾਂ। ਜੇ ਦੂਜਾ ਹੋਵੇ ਹੀ ਨਾ ਤੇ ਇਸ ਜ਼ਿੰਦਗੀ ਨੂੰ ਜੀਣ ਦਾ ਕੋਈ ਆਨੰਦ ਹੀ ਨਾ ਹੋਵੇ। ਹਜ਼ੂਰ ਕਹਿੰਦੇ ਰੱਬ ਨੇ ਜਦੋਂ ਆਪਣੀ ਵਡਿਆਈ ਆਪ ਹੀ ਬਣਾਈ ਹੈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ। ਫਿਰ ਕਾਹਦੇ ਮਿੱਤਰ ਤੇ ਕਾਹਦੇ ਮਾਤਾ ਪਿਤਾ ਤੇ ਕਾਹਦੇ ਭਰਾ ਤੇ ਕਾਹਦੇ ਪੁੱਤਰ। ਹੁਣ ਤੇ ਇਹ ਨਾ ਵੀ ਕਿਸੇ ਦੀ ਵਡਿਆਈ ਮਾਤਾ ਪਿਤਾ ਕਰਕੇ ਹੋ ਗਈ, ਕਿਸੇ ਦੀ ਪੁੱਤਰਾਂ ਭਰਾਵਾਂ ਕਰਕੇ ਹੋ ਗਈ। ਜਦੋਂ ਮਾਲਕ ਆਪ ਹੀ ਹੈ ਤੇ ਕੌਣ ਹੈ ਉਹਦੀ ਦੂਜਾ ਉਹਦੀ ਵਡਿਆਈ ਕਰਨ ਵਾਲਾ। ਜਹਾਂ ਸਰਬ ਕਲਾ ਆਪ ਹੈ ਪ੍ਰਵੀਨ, ਜਦੋਂ ਰੱਬ ਆਪ ਹੀ ਸਾਰੀਆਂ ਤਾਕਤਾਂ ਦੇ ਵਿੱਚ ਪ੍ਰਵੀਨ ਹੈ, ਮਤਲਬ ਪਰਫੈਕਟ ਹੈ, ਕੰਪਲੀਟ ਹੈ, ਤਾਕਤ ਵਾਲਾ ਹੈ। ਤਾਂ ਵੇਦ ਕਤੇਬ ਕਹਾ ਕੋ ਚੀਨ, ਤੇ ਫਿਰ ਉੱਥੇ ਵੇਦ ਕਤੇਬ ਕੌਣ ਪੜ੍ਹਦਾ ਹੈ। ਇਹ ਇੱਕ ਅਵਸਥਾ ਹੈ, ਸਮਝ ਲਿਓ ਇਹਨੂੰ। ਵੇਦ ਹਿੰਦੂਆਂ ਦੇ ਗ੍ਰੰਥ, ਕਤੇਬ ਮੁਸਲਮਾਨਾਂ ਦੇ ਗ੍ਰੰਥ। ਉਹ ਭਾਈ ਸਾਨੂੰ ਜ਼ਿੰਦਗੀ ਬਣਾਉਣ ਦੇ ਲਈ ਕਿਤਾਬਾਂ ਦੀ ਲੋੜ ਹੈ, ਸਾਨੂੰ ਜ਼ਿੰਦਗੀ ਬਣਾਉਣ ਦੇ ਲਈ ਇਹਨਾਂ ਧਾਰਮਿਕ ਗ੍ਰੰਥਾਂ ਦੀ ਲੋੜ ਹੈ। ਮਹਾਰਾਜ ਜੀ ਦੀ ਹਜ਼ੂਰੀ 'ਚ ਕਹਿ ਰਿਹਾ ਹਾਂ, ਰੱਬ ਤੋਂ ਇਹ ਪੈਦਾ ਹੋਇਆ ਹੈ, ਰੱਬ ਨੂੰ ਜ਼ਰੂਰਤ ਨਹੀਂ ਹੈ ਇਹਨਾਂ ਚੀਜ਼ਾਂ ਦੀ। ਰੱਬ ਤੋਂ ਤਾਂ ਪੈਦਾ ਹੋ ਰਿਹਾ ਹੈ ਸਾਰਾ ਕੁਝ। ਜਦੋਂ ਰੱਬ ਇਕੱਲਾ ਹੈ, ਕਿੱਥੇ ਵੇਦ ਦੀ ਗੱਲ ਤੇ ਕਿੱਥੇ ਕਤੇਬ ਦੀ ਗੱਲ। ਵੇਦ ਕਤੇਬ ਦੀ ਗੱਲ ਤੇ ਦੁਨੀਆ ਦੇ ਹੋਂਦ ਦੇ ਵਿੱਚ ਆਉਣ ਦੇ ਨਾਲ ਹੈ। ਜਦੋਂ ਰੱਬ ਹੈ ਫਿਰ ਉਹ ਇਕੱਲਾ ਹੀ ਹੈ। ਜਿਹਨੂੰ ਬਾਬਾ ਕਬੀਰ ਕਹਿੰਦੇ ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾਹੀਂ। ਇਹ ਅੱਖਰ ਆਉਂਦੇ ਜਾਂਦੇ ਰਹਿਣਗੇ, ਰੱਬ ਨਹੀਂ ਕਦੀ ਖਤਮ ਹੁੰਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਜਬ ਆਪਨ ਆਪ ਆਪ ਉਰ ਧਾਰੈ, ਜਦੋਂ ਰੱਬ ਆਪਣੇ ਆਪ ਨੂੰ ਹੀ ਚੇਤੇ ਕਰਦਾ ਸੀ ਬਸ, ਭਾਵ ਕਿ ਆਪਣੇ ਆਪ ਦੇ ਵਿੱਚ ਹੀ ਫਿਰ ਮਾਲਕ ਅਡੋਲ ਹੈ। ਤਾਂ ਉਹ ਸ਼ਗਨ ਪਸ਼ਗਨ ਕਹਾਂ ਵਿਚਾਰੇ, ਫਿਰ ਕਿੱਥੇ ਸ਼ਗਨ ਪਸ਼ਗਨ ਦੀ ਗੱਲ ਹੋਣੀ ਸੀ ਵੀ ਆਹ ਚੀਜ਼ ਬੁਰੀ ਹੈ ਅਤੇ ਆਹ ਚੀਜ਼ ਚੰਗੀ ਹੈ। ਕੁਝ ਵੀ ਨਹੀਂ ਸੀ ਹੋਣਾ। ਜਦੋਂ ਹੈ ਇਕੱਲਾ ਹੈ ਤੇ ਚੰਗਾ ਬੁਰਾ ਕੀ ਹੋਵੇ। ਹਜ਼ੂਰ ਕਹਿੰਦੇ ਨੇ ਜਹਾਂ ਆਪਨ ਊਚ ਆਪਨ ਆਪ ਨੇਰਾ, ਜਦੋਂ ਮਾਲਕ ਆਪ ਹੀ ਉੱਚਾ ਹੈ, ਇਕੱਲਾ ਤੇ ਆਪਣੇ ਆਪ ਦੇ ਨੇੜੇ ਹੈ। ਕਈਆਂ ਨੇ ਨੀਵੇਂ ਪਾਸੇ ਤੋਂ ਵੀ ਇਹਦੇ ਅਰਥ ਕੀਤੇ ਨੇ। ਤਾਂ ਕੌਣ ਠਾਕੁਰ ਕੌਣ ਕਹੀਏ ਚੇਰਾ, ਫਿਰ ਸਤਿਗੁਰੂ ਕਹਿੰਦੇ ਕਿਹਨੂੰ ਮਾਲਕ ਕਹੀਏ ਤੇ ਕਿਹਨੂੰ ਚੇਲਾ ਕਹੀਏ। ਇਹ ਇੱਦਾਂ ਸਮਝ ਲਓ, ਜਦੋਂ ਅਸੀਂ ਘਰ ਦੇ ਵਿੱਚ ਹਾਂ ਤੇ ਫਿਰ ਸਾਡੇ ਨੌਕਰ ਆ ਗਏ ਤੇ ਅਸੀਂ ਕੀ ਕਹਿੰਦੇ ਹਾਂ ਜੀ, ਮੈਂ ਮਾਲਕ ਹਾਂ ਤੇ ਇਹ ਨੌਕਰ ਹੈ। ਜਦੋਂ ਹੋਵਾਂਗਾ ਹੀ ਮੈਂ ਇਕੱਲਾ, ਘਰ ਦੇ ਵਿੱਚ ਮੈਂ ਇਕੱਲਾ ਬੈਠਾ ਹੋਇਆ, ਫਿਰ ਨਾ ਕੋਈ ਨੌਕਰ ਹੋਵੇ, ਮੈਂ ਆਪਣੇ ਆਪ ਦਾ ਮਾਲਕ ਹਾਂ ਕਿ ਆਪਣੇ ਆਪ ਦਾ ਨੌਕਰ ਹਾਂ? ਕੀ ਹਾਂ? ਕੁਝ ਵੀ ਨਹੀਂ ਹੈ। ਨੌਕਰ ਮੰਨ ਲਓਗੇ ਤਾਂ ਨੌਕਰ ਮੰਨ ਲਵਾਂਗਾ ਵੀ ਮੈਂ ਆਪਣੇ ਆਪ ਦਾ ਨੌਕਰ ਹਾਂ ਅਤੇ ਮੈਂ ਆਪਣੇ ਆਪ ਦਾ ਮਾਲਕ ਹਾਂ। ਇਹ ਸੋਚਣ ਲੱਗ ਪਊਗੇ ਤੇ ਬੰਦੇ ਨੂੰ ਲੱਗੇਗਾ ਹਾਂ ਮੈਂ ਆਪਣੇ ਆਪ ਦਾ ਮਾਲਕ ਹਾਂ। ਜਦੋਂ ਦੂਜਾ ਹੈ ਹੀ ਨਹੀਂ ਤੇ ਕਾਹਦੇ ਨੌਕਰ ਦੀ ਤੇ ਕਾਹਦੇ ਮਾਲਕ ਦੀ ਗੱਲ ਹੋਣੀ ਹੈ। ਨੌਕਰ ਮਾਲਕ ਦੋ ਹੁੰਦੇ ਨੇ।
ਜਦੋਂ ਹੈ ਹੀ ਬੰਦਾ ਇਕੱਲਾ ਤੇ ਕਿਹੜਾ ਮਾਲਕ ਤੇ ਕਿਹੜਾ ਨੌਕਰ। ਜਦੋਂ ਹੈ ਹੀ ਰੱਬ ਇਕੱਲਾ ਹੈ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ। ਹਜ਼ੂਰ ਕਹਿੰਦੇ ਨੇ ਭਾਈ ਚੇਲਾ ਕਿਹਨੂੰ ਕਹੀਏ ਤੇ ਮਾਲਕ ਕਿਹਨੂੰ ਕਹੀਏ। ਬਿਸਮਨ ਬਿਸਮ ਰਹੇ ਬਿਸਮਾਦ। ਰੱਬ ਦੇ ਇਹਨਾਂ ਗੁਣਾਂ ਨੂੰ ਪੜ੍ਹ ਕੇ ਸੁਣ ਕੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਤੇ ਹੈਰਾਨ ਹੋ ਜਾਂਦੇ ਨੇ। ਨਾਨਕ ਆਪਣੀ ਗਤ ਜਾਨੋ ਆਪ। ਹਜ਼ੂਰ ਕਹਿੰਦੇ ਨੇ ਐ ਪ੍ਰਭੂ ਤੂੰ ਆਪਣੀ ਅਵਸਥਾ ਨੂੰ ਆਪ ਹੀ ਜਾਣਦਾ ਹੈ। ਫਿਰ ਵੇਖੋ ਬਚਨ, ਜਹਾਂ ਅਛਲ ਅਛੇਦ ਅਭੇਦ ਸਮਾਇਆ। ਜਦੋਂ ਰੱਬ ਉਸ ਅਵਸਥਾ ਦੇ ਵਿੱਚ ਹੈ ਜਿਹੜਾ ਅਛਲ ਹੈ, ਜਿਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਜਿਹਨੂੰ ਛੇਦਿਆ ਨਹੀਂ ਜਾ ਸਕਦਾ, ਕਮਜ਼ੋਰ ਨਹੀਂ ਕੀਤਾ ਜਾ ਸਕਦਾ, ਜਿਹਨੂੰ ਭੇਦਿਆ ਨਹੀਂ ਜਾ ਸਕਦਾ, ਭਾਵ ਕਿ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ। ਜਦੋਂ ਉਹ ਮਾਲਕ ਆਪਣੇ ਆਪ ਦੇ ਵਿੱਚ ਸਮਾਇਆ ਹੋਇਆ ਹੈ, ਮਸਤ ਹੈ, ਉਹਾਂ ਕਿਸੇ ਵਿਆਪਤ ਮਾਇਆ, ਉੱਥੇ ਮਾਇਆ ਦਾ ਪ੍ਰਭਾਵ ਕਿਹਦੇ ਉੱਤੇ ਪੈਣਾ ਸੀ ਜਦੋਂ ਹੈ ਹੀ ਰੱਬ ਇਕੱਲਾ ਹੈ। ਫਿਰ ਸਤਿਗੁਰੂ ਕਹਿੰਦੇ ਆਪਸ ਕੋ ਆਪਹਿ ਆਦੇਸ਼। ਜਦੋਂ ਰੱਬ ਆਪਣੇ ਆਪ ਨੂੰ ਖੁਦ ਹੀ ਨਮਸਕਾਰ ਕਰਦਾ ਹੈ ਤੇ ਗੁਣ ਕਾ ਨਾ ਹੀ ਪ੍ਰਵੇਸ਼। ਫਿਰ ਉੱਥੇ ਤਿੰਨਾਂ ਗੁਣਾਂ ਦਾ ਕੀ ਪ੍ਰਵੇਸ਼ ਹੋਣਾ ਸੀ, ਭਾਵ ਕਿ ਮਾਇਆ ਦੇ ਤਿੰਨਾਂ ਗੁਣਾਂ ਦਾ ਕੀ ਪ੍ਰਭਾਵ ਉੱਥੇ ਹੋਣਾ ਸੀ। ਸਾਨੂੰ ਕੋਈ ਦੂਸਰਾ ਨਮਸਕਾਰ ਕਰਦਾ ਹੈ ਨਾ ਤੇ ਸਾਨੂੰ ਇੰਝ ਲੱਗਦਾ ਵੀ ਹਾਂ ਅਸੀਂ ਵੱਡੇ ਹਾਂ, ਇਹ ਛੋਟੇ ਨੇ ਤਾਂ ਹੀ ਤਾਂ ਸਾਨੂੰ ਬੁਲਾ ਰਹੇ ਨੇ, ਸਾਨੂੰ ਇੰਝ ਲੱਗਦਾ। ਪਰ ਜਦੋਂ ਮੈਂ ਆਪਣੇ ਆਪ ਨੂੰ ਨਮਸਕਾਰ ਕਰਦਾ ਹਾਂ ਤਾਂ ਮੈਂ ਇਹ ਸੋਚ ਕੇ ਕਰਦਾ ਹਾਂ ਵੀ ਮੈਂ ਵੱਡਾ ਹਾਂ ਅਤੇ ਜਿਹਨੂੰ ਮੈਂ ਨਮਸਕਾਰ ਕਰਦਾ ਪਿਆ ਹਾਂ ਜਾਂ ਜਿਹਨੂੰ ਜਿਹੜਾ ਨਮਸਕਾਰ ਕਰਦਾ ਪਿਆ ਹੈ ਉਹ ਛੋਟਾ ਹੈ। ਮੈਂ ਆਪਣੇ ਆਪ ਨੂੰ ਫਤਿਹ ਬੁਲਾਉਣੀ ਹੋਵੇ ਤਾਂ ਕੀ ਗ੍ਰੇਡ ਕਰਾਂਗਾ। ਬਾਹਰ ਤਾਂ ਮੰਨ ਲਿਆ ਵੀ ਸਤਿ ਸ੍ਰੀ ਅਕਾਲ ਜਾਂ ਫਤਿਹ ਜਾਂ ਜੋ ਵੀ ਅਸੀਂ ਬੁਲਾਉਂਦੇ ਹਾਂ ਉਹ ਉਹਨੂੰ ਬੁਲਾਈ ਜਾਂਦੀ ਜਿਹੜਾ ਸਾਡੇ ਤੋਂ ਵੱਡਾ ਹੈ। ਕਦੀ ਅਸੀਂ ਆਪਣੇ ਆਪ ਦੇ ਪੈਰਾਂ ਨੂੰ ਹੱਥ ਲਾਏ ਹੋਣ, ਕਦੀ ਨਹੀਂ ਲਾਉਂਦੇ। ਕਾਰਨ ਕੀ ਹੈ? ਜਦੋਂ ਹਾਂ ਹੀ ਅਸੀਂ ਇਕੱਲੇ ਤੇ ਆਪਣੇ ਆਪ ਦੇ ਪੈਰਾਂ ਨੂੰ ਹੱਥ ਕੀ ਲਾਈਏ ਅਤੇ ਕੀ ਮੱਥਾ ਟੇਕੀਏ ਆਪਣੇ ਆਪ ਨੂੰ, ਕੀ ਸਾਡੇ ਉੱਤੇ ਮਾਇਆ ਦਾ ਪ੍ਰਭਾਵ ਹੋ ਜਾਵੇ। ਹਜ਼ੂਰ ਕਹਿੰਦੇ ਭਾਈ ਜਦੋਂ ਅਸੀਂ ਹਾਂ ਹੀ ਇਕੱਲੇ ਫਿਰ ਮਾਇਆ ਦੇ ਤਿੰਨਾਂ ਗੁਣਾਂ ਦਾ ਪ੍ਰਭਾਵ ਪੈਂਦਾ ਹੀ ਨਹੀਂ ਹੈ। ਫਿਰ ਬਚਨ ਵੇਖੋ ਹਜ਼ੂਰ ਦੇ ਦਾਤਾਰ ਕਹਿੰਦੇ ਨੇ ਜਹਾਂ ਇੱਕ ਹੈ ਏਕ ਏਕ ਭਗਵੰਤਾ। ਜਿੱਥੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਆਪਣੀ ਅਵਸਥਾ ਦੇ ਵਿੱਚ ਹੈ ਤਾਂ ਕੌਣ ਅਚਿੰਤ ਕਿਸ ਲਾਗੇ ਚਿੰਤਾ। ਫਿਰ ਕਿਹਨੂੰ ਚਿੰਤਾ ਹੋਣੀ ਸੀ ਅਤੇ ਕਿਹਨੂੰ ਨਿਸ਼ਚਿੰਤ ਕਹਿ ਸਕਦੇ ਹਾਂ। ਹੁਣ ਤਾਂ ਹੈ ਨਾ ਵੀ ਅੱਧਿਆਂ ਦਾ ਦਿਨ ਬੜਾ ਵਧੀਆ ਗਿਆ ਅਤੇ ਕਹਿਣ ਜੀ ਨਾ ਜੀ ਸਾਨੂੰ ਤਾਂ ਕੋਈ ਚਿੰਤਾ ਹੀ ਨਹੀਂ, ਅਤੇ ਅੱਧਿਆਂ ਦਾ ਪੂਰੀ ਚਿੰਤਾ ਦੇ ਵਿੱਚ ਨਿਕਲ ਗਿਆ ਵੀ ਅੱਧੇ ਬੜੇ ਚਿੰਤਤ ਬੈਠੇ ਨੇ, ਅੱਧੇ ਬਹੁਤ ਖੁਸ਼ ਹੋ ਕੇ ਬੈਠੇ ਨੇ। ਅਤੇ ਮਹਾਰਾਜ ਕਹਿੰਦੇ ਜਦੋਂ ਹੈ ਹੀ ਰੱਬ ਇਕੱਲਾ ਸੀ ਅਤੇ ਕਾਹਦੀ ਚਿੰਤਾ ਅਤੇ ਕਾਹਦੀ ਨਿਸ਼ਚਿੰਤ ਹੋਣ ਦੀ ਗੱਲ। ਉੱਥੇ ਤਾਂ ਇਹ ਗੱਲ ਵੀ ਨਹੀਂ ਸੋਚੀ ਜਾ ਸਕਦੀ, ਕੋਈ ਨਿਸ਼ਚਿੰਤ ਅਤੇ ਅਚਿੰਤ ਵਾਲੀ ਗੱਲ ਹੀ ਨਹੀਂ। ਜਹਾਂ ਆਪਨ ਆਪ ਆਪ ਪਤੀਆਰਾ। ਜਦੋਂ ਰੱਬ ਆਪਣੇ ਆਪ ਦੇ ਨਾਲ ਆਪ ਹੀ ਖੇਡਣ ਵਾਲਾ ਹੈ ਆਪਣੇ ਆਪ ਦੇ ਵਿੱਚ, ਫਿਰ ਇਹੀ ਗੱਲ ਹੈ ਤਾਂ ਕੌਣ ਕਥੈ ਕੌਣ ਸੁਣਨੇ ਹਾਰਾ। ਮੈਂ ਇਕੱਲਾ ਹਾਂ, ਇਹਦੀ ਸਭ ਤੋਂ ਵਿਆਖਿਆ, ਸਭ ਤੋਂ ਵਧੀਆ ਵਿਆਖਿਆ ਇਹੀ ਹੈ ਵੀ ਆਪਣੇ ਆਪ ਦੇ ਨਾਲ ਬੈਠੋ ਅਤੇ ਵਿਆਖਿਆ ਸਮਝ ਆ ਜਾਵੇ। ਜੇ ਨਹੀਂ ਸਮਝ ਆਉਂਦੀ ਤਾਂ ਇਹ ਗੱਲ ਬੜੀ ਦੂਰ ਦੀ ਹੈ। ਜਦੋਂ ਮੈਂ ਆਪਣੇ ਆਪ ਦੇ ਨਾਲ ਬੈਠਾ ਹਾਂ, ਆਪਣੇ ਆਪ ਦੇ ਨਾਲ ਗੱਲਾਂ ਕਰਦਾ ਪਿਆ ਹਾਂ, ਅਤੇ ਕੌਣ ਮੈਨੂੰ ਸੁਣਦਾ ਹੁੰਦਾ ਅਤੇ ਕੌਣ ਬੋਲਦਾ ਹੁੰਦਾ। ਆਪਣੇ ਆਪ ਦੇ ਵਿੱਚ ਹੀ ਲੱਗਾ ਹੁੰਦਾ ਨਾ ਇਕੱਲਾ, ਜੀ ਕਰੇ ਤੇ ਬੋਲਿਆ, ਜੀ ਕਰੇ ਤੇ ਚੁੱਪ ਹੋ ਗਏ, ਜੀ ਕਰੇ ਤੇ ਆਪਣੇ ਅੰਦਰ ਦੀਆਂ ਗੱਲਾਂ ਹੀ ਸੁਣੀ ਗਏ। ਹਜ਼ੂਰ ਕਹਿੰਦੇ ਇੱਦਾਂ ਹੀ ਜਦੋਂ ਰੱਬ ਇਕੱਲਾ ਹੈ ਤਾਂ ਕੌਣ ਬੋਲਦਾ ਹੈ ਅਤੇ ਕੌਣ ਸੁਣਦਾ ਹੈ। ਫਿਰ ਬਹੁ ਬੇਅੰਤ ਊਚ ਤੇ ਉੱਚਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਬੇਅੰਤ ਹੈ, ਉੱਚੇ ਤੋਂ ਉੱਚਾ ਹੈ। ਨਾਨਕ ਆਪਸ ਕਹੋ ਆਪਹਿ ਪਹੁੰਚਾ। ਆਪਣੇ ਆਪ ਤੱਕ ਪਹੁੰਚ ਰੱਖਣ ਵਾਲਾ ਕੇਵਲ ਤੇ ਕੇਵਲ ਮਾਲਕ ਆਪ ਹੈ। ਹੁਣ ਇਹ ਨਿਰਗੁਣ ਦੀ ਵਿਆਖਿਆ ਹੈ। ਅੱਗੇ ਸਰਗੁਣ ਦੀ ਵਿਆਖਿਆ ਜੋ ਸੰਸਾਰ ਹੈ। ਜਹਾਂ ਆਪ ਰਚਿਓ ਪਰਪੰਚ ਆਕਾਰ। ਜਦੋਂ ਮਾਲਕ ਨੇ ਆ ਪਰਪੰਚ ਰਚ ਦਿੱਤਾ, ਆ ਖੇਡ ਰਚ ਦਿੱਤੀ, ਸੰਸਾਰ ਰਚ ਦਿੱਤਾ। ਤੇ ਗੁਣ ਮੈਂ ਕੀਨੋ ਵਿਸਥਾਰ। ਮਾਇਆ ਦੇ ਤਿੰਨ ਗੁਣਾਂ ਦੇ ਨਾਲ ਸੰਸਾਰ ਪੈਦਾ ਹੋ ਗਿਆ। ਫਿਰ ਜਦੋਂ ਇਕੱਲਾ ਸੀ ਉਦੋਂ ਇਕੱਲਾ ਹੀ ਹੈ ਮਾਲਕ, ਨਿਰਗੁਣ ਹੈ। ਜਦੋਂ ਸਰਗੁਣ ਰੂਪ ਦੇ ਵਿੱਚ ਉਹਦੇ ਮਾਇਆ ਦੇ ਤਿੰਨ ਗੁਣ ਨਾਲ ਆ ਗਏ। ਹਜ਼ੂਰ ਕਹਿੰਦੇ ਪਾਪ ਪੁੰਨ ਤਹਿ ਭਈ ਕਹਾਵਤ। ਫਿਰ ਪਾਪ ਅਤੇ ਪੁੰਨ ਦੀਆਂ ਗੱਲਾਂ ਵੀ ਹੋਣ ਲੱਗ ਪਈਆਂ। ਜਦੋਂ ਰੱਬ ਹੈ ਉਦੋਂ ਕੋਈ ਪਾਪ ਪੁੰਨ ਨਹੀਂ। ਜਦੋਂ ਸੰਸਾਰ ਹੋ ਗਿਆ, ਸੰਸਾਰ ਨੇ ਪਾਪ ਪੁੰਨ ਦੀ ਗੱਲ ਵੀ ਕਰਨੀ ਸ਼ੁਰੂ ਕਰ ਦਿੱਤੀ, ਚੰਗੇ ਮੰਦੇ ਦੀ ਗੱਲ ਵੀ ਕਰਨੀ ਸ਼ੁਰੂ ਕਰ ਦਿੱਤੀ। ਕਊ ਨਰਕ ਕਊ ਸੁਰਗ ਬੰਛਾਵਤ। ਕਿਸੇ ਨੇ ਨਰਕ ਅਤੇ ਕਿਸੇ ਨੇ ਸਵਰਗ ਦਾ ਖਿਆਲ ਬਣਾ ਦਿੱਤਾ, ਕਿਉਂਕਿ ਦੂਜਾ ਆ ਗਿਆ, ਦੂਜੇ ਨੇ ਆਪਣੀ ਸੋਚ ਵਰਤੀ ਹੈ। ਹਜ਼ੂਰ ਕਹਿੰਦੇ ਨੇ ਆਲ ਜਾਲ ਮਾਇਆ ਜੰਜਾਲ ਘਰਾਂ ਦੇ ਧੰਦੇ। ਜਦੋਂ ਰੱਬ ਹੈ ਹੀ ਨਹੀਂ, ਜਦੋਂ ਮਾਲਕ ਹੈ ਹੀ ਇਕੱਲਾ ਆਪਣੇ ਆਪ ਦੇ ਵਿੱਚ ਸੀ, ਉਹਨੂੰ ਕੋਈ ਜੰਜਾਲ ਨਹੀਂ। ਹੁਣ ਇੰਨੀ ਦੁਨੀਆ ਦਾ ਖਿਲਾਰਾ ਹੈ, ਉਹਦੇ ਵਿੱਚ ਉਹਨੂੰ ਸੰਭਾਲਣਾ ਵੀ ਪੈਂਦਾ ਹੈ, ਦੁਨੀਆ ਦਾ ਧਿਆਨ ਵੀ ਰੱਖਦਾ ਹੈ। ਅਤੇ ਮਹਾਰਾਜ ਕੀ ਕਹਿੰਦੇ ਨੇ, ਇੱਦਾਂ ਇੱਕ ਖੇਡ ਬਣ ਗਈ, ਸੰਸਾਰ ਪੈਦਾ ਹੋ ਗਿਆ। ਆਲ ਜਾਲ ਘਰਾਂ ਦੇ ਜੰਜਾਲ, ਮਾਇਆ ਦੇ ਜੰਜਾਲ ਸ਼ੁਰੂ ਹੋ ਗਏ।
ਫਿਰ ਹਉਮੈ ਮੋਹ ਭਰਮ ਪੈ ਭਾਰ, ਤੇ ਬਸ ਆਦਰ ਨਿਰਾਦਰੀ ਹਉਮੈ ਮੋਹ, ਇਹ ਸਾਰੀਆਂ ਗੱਲਾਂ ਦੁਨੀਆ ਦੇ ਵਿੱਚ ਚੱਲ ਪਈਆਂ। ਜਦੋਂ ਮਾਲਕ ਇਕੱਲਾ ਹੈ ਉਦੋਂ ਕੁਝ ਨਹੀਂ ਚੱਲਦਾ ਇਹੋ ਜਿਹਾ। ਸਰਗੁਣ ਹੈ ਤੇ ਫਿਰ ਸਾਰਾ ਕੁਝ ਹੀ ਚੱਲਦਾ ਹੈ, ਕਿਉਂਕਿ ਦੋ ਤਰੀਕਿਆਂ ਦੇ ਨਾਲ ਸੰਸਾਰ ਤੁਰਦਾ ਹੈ, ਦੋ ਗੁਣਾਂ ਦੇ ਨਾਲ ਸੰਸਾਰ ਚੱਲਦਾ ਹੈ। ਦੁੱਖ ਸੁੱਖ ਮਾਨ ਅਪਮਾਨ, ਦੁੱਖ ਦੀ ਗੱਲ ਸੁੱਖ ਦੀ ਗੱਲ, ਆਦਰ ਨਿਰਾਦਰ ਦੀ ਗੱਲ, ਅਨੇਕ ਪ੍ਰਕਾਰ ਕੀਓ ਬਖਿਆਨ, ਇਹੋ ਜਿਹੀਆਂ ਕਈ ਗੱਲਾਂ ਚੱਲਣ ਲੱਗ ਪਈਆਂ। ਹਜ਼ੂਰ ਕਹਿੰਦੇ ਨੇ ਆਪਨ ਖੇਲ ਆਪ ਕਰ ਦੇਖੈ, ਮਾਲਕ ਅਸਲ ਦੇ ਵਿੱਚ ਆਪਣੀ ਖੇਡ ਆਪ ਹੀ ਵਰਤਾਉਂਦਾ ਹੈ। ਖੇਲ ਸੰਕੋਚੈ ਤਉ ਨਾਨਕ ਇੱਕ ਹੈ, ਜਦੋਂ ਆਪਣੀ ਖੇਡ ਨੂੰ ਸੰਕੋਚ ਲੈਂਦਾ ਹੈ ਨਾ, ਇਕੱਠਾ ਕਰ ਲੈਂਦਾ ਹੈ, ਫਿਰ ਇੱਕ ਦਾ ਇੱਕ ਹੀ ਰਹਿ ਜਾਂਦਾ ਹੈ। ਜਿੱਦਾਂ ਦੁਕਾਨ ਵਾਲਾ ਦੁਕਾਨ ਲਾਵੇ, ਉਹਨੇ ਕਈ ਕੁਝ ਖੋਲ੍ਹਿਆ ਹੋਇਆ, ਸਾਰਾ ਕੁਝ ਅੱਗੇ ਰੱਖਿਆ, ਜਦੋਂ ਸ਼ਾਮਾਂ ਨੂੰ ਦੁਕਾਨ ਵਧਾ ਦੇਣੀ ਹੈ, ਸਾਰਾ ਕੁਝ ਇਕੱਠਾ ਕਰਕੇ ਤੇ ਫਿਰ ਉੱਥੇ ਰੱਖ ਦਿੱਤਾ। ਹਜ਼ੂਰ ਕਹਿੰਦੇ ਖੇਲ ਸੰਕੋਚੈ ਤਾਂ ਨਾਨਕ ਇੱਕ ਹੈ, ਫਿਰ ਇੱਕ ਦਾ ਇੱਕ ਰਹਿ ਜਾਂਦਾ ਹੈ। ਆਖਰੀ ਪਦਾ ਹੈ ਜਹਾਂ ਅਬਿਗਤ ਭਗਤ ਤਹਾਂ ਆਪ। ਹਜ਼ੂਰ ਕਹਿੰਦੇ ਜਿੱਥੇ ਰੱਬ ਦਾ ਭਗਤ ਹੈ ਨਾ, ਅਕਾਲ ਪੁਰਖ ਵਾਹਿਗੁਰੂ ਉੱਥੇ ਹੈ। ਜਾਂ ਇੱਦਾਂ ਕਹਿ ਲਈਏ, ਜਿੱਥੇ ਜਿਸ ਅਵਸਥਾ ਦੇ ਵਿੱਚ ਮਾਲਕ ਵੱਸਦਾ ਹੈ, ਰੱਬ ਦਾ ਭਗਤ ਉਸ ਅਵਸਥਾ ਦੇ ਵਿੱਚ ਹੈ। ਜਹਾਂ ਅਬਿਗਤ ਭਗਤ ਤਹਾਂ ਆਪ, ਜਿੱਥੇ ਅਬਿਗਤ ਵਾਹਿਗੁਰੂ ਹੈ ਉੱਥੇ ਉਹਦਾ ਭਗਤ ਹੈ। ਜਹਾਂ ਪਸਰੈ ਪਾਸਾਰ ਸੰਤ ਪ੍ਰਤਾਪ। ਆਹ ਜਿੰਨਾ ਸੰਸਾਰ ਮਾਲਕ ਨੇ ਪੈਦਾ ਕੀਤਾ ਹੈ, ਇਹ ਕਿਉਂ ਪੈਦਾ ਕੀਤਾ ਹੈ? ਮਹਾਰਾਜ ਕਹਿੰਦੇ ਇਸ ਕਰਕੇ ਕਿ ਸੰਤਾਂ ਦਾ ਪ੍ਰਤਾਪ ਵਧੇ, ਭਾਵ ਕਿ ਬੰਦਿਆਂ ਦੀ ਖੇਡ ਬਣਾ ਦਿੱਤੀ ਹੈ ਕਿ ਰੱਬ ਦਾ ਨਾਮ ਜਪਣ। ਜਿਹਨੂੰ ਅਸੀਂ ਪੜ੍ਹਦੇ ਹਾਂ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਮਾਲਕ ਨੇ ਧਰਮਸ਼ਾਲਾ ਬਣਾ ਕੇ ਰੱਖ ਦਿੱਤੀ ਹੈ ਧਰਤੀ ਧਰਮ ਕਮਾਉਣ ਦੇ ਲਈ। ਜਹ ਪਸਰੈ ਪਾਸਾਰ, ਇਹ ਸਾਰਾ ਪਸਾਰਾ ਇਸ ਕਰਕੇ ਪਸਰਿਆ ਸੰਤਾਂ ਦਾ ਨਾਮ ਹੋਵੇ। ਹਜ਼ੂਰ ਕਹਿੰਦੇ ਨੇ ਦੂਹੂ ਪਾਖ ਕਾ ਆਪਹਿ ਧਨੀ, ਮਾਲਕ ਜ਼ਿੰਦਗੀ ਤੇ ਮੌਤ, ਚੰਗੇ ਦਾ ਤੇ ਮਾੜੇ ਦਾ, ਉੱਚੇ ਦਾ ਤੇ ਨੀਵੇਂ ਦਾ, ਇਹ ਜਿਹੜੇ ਦੋ ਪਾਸੇ ਨੇ ਨਾ, ਇਹਨਾਂ ਦਾ ਆਪ ਹੀ ਮਾਲਕ ਹੈ, ਉਹਦੇ ਕੰਟਰੋਲ ਦੇ ਵਿੱਚ ਹੈ। ਉਨਕੀ ਸੋਭਾ ਉਨਹੂ ਬਣੀ। ਹਜ਼ੂਰ ਕਹਿੰਦੇ ਨੇ ਭਾਈ ਰੱਬ ਦੀ ਸੋਭਾ ਤੇ ਆਪ ਹੀ ਜਾਣਦਾ ਹੈ, ਰੱਬ ਆਪ ਹੀ ਆਪਣੇ ਆਪ ਦੇ ਬਾਰੇ ਜਾਣਦਾ ਹੈ। ਆਪਹਿ ਕੌਤਕ ਕਰੈ ਅਨੰਦ ਚੋਜ, ਰੱਬ ਆਪੇ ਹੀ ਕਈ ਕੌਤਕ ਵਰਤਾਉਂਦਾ ਹੈ, ਕਈ ਖੇਡਾਂ ਵਰਤਾ ਦਿੰਦਾ ਹੈ। ਆਪਹਿ ਰਸ ਭੋਗਨ ਨਿਰਜੋਗ, ਜੀਵਾਂ ਦੇ ਵਿੱਚ ਬੈਠਾ ਰਸ ਵੀ ਭੋਗਦਾ ਹੈ, ਪਰ ਜੀਵਾਂ ਦੇ ਵਿੱਚ ਬੈਠਾ ਜੋਗੀ ਵੀ ਆਪ ਹੈ। ਜੋਗੀ ਦਾ ਮਤਲਬ ਜਿਹਨੂੰ ਬਿਲਕੁਲ ਹੀ ਸਵਾਦਾਂ ਦੇ ਨਾਲ ਮਤਲਬ ਨਹੀਂ, ਤੇ ਭੋਗੀ ਦਾ ਮਤਲਬ ਹੈ ਜਿਹਨੂੰ ਹਰ ਇੱਕ ਸਵਾਦ ਚਾਹੀਦਾ ਹੈ। ਮਹਾਰਾਜ ਕਹਿੰਦੇ ਆਪ ਹੀ ਜੀਵਾਂ ਦੇ ਵਿੱਚ ਜੋਗੀ ਤੇ ਆਪ ਹੀ ਜੀਵਾਂ ਦੇ ਵਿੱਚ ਭੋਗੀ। ਜਿਹਨੂੰ ਅਸੀਂ ਪੜ੍ਹਦੇ ਹਾਂ, ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ। ਆਪਹਿ ਰਸ ਭੋਗਨ ਨਿਰਜੋਗ, ਜਿਸ ਭਾਵੈ ਤਿਸ ਆਪਨ ਨਾਏ ਲਾਵੈ। ਮਹਾਰਾਜ ਕਹਿੰਦੇ ਜਿਹਨੂੰ ਉਹ ਭਾਉਂਦਾ ਹੈ, ਭਾਵ ਕਿ ਜੇ ਰੱਬ ਨੂੰ ਚੰਗਾ ਲੱਗੇ, ਤਿਸ ਆਪਨ ਨਾਏ ਲਾਵੈ, ਉਹਨੂੰ ਆਪਣੇ ਨਾਮ ਦੇ ਨਾਲ ਜੋੜ ਲੈਂਦਾ ਹੈ। ਜਿਸ ਭਾਵੈ ਤਿਸ ਖੇਲ ਖਿਲਾਵੈ, ਜਿਹਨੂੰ ਉਹ ਚਾਹਵੇ ਤੇ ਉਹਨੂੰ ਫਿਰ ਖਿਡਾਉਂਦਾ ਰਹਿੰਦਾ ਵੀ ਜੇ ਜਿੱਤ ਕੇ ਆਵੇਂਗਾ ਤੇ ਫਿਰ ਹੀ ਤੇਰੇ ਨਾਲ ਗੱਲ ਕਰਦੇ ਹਾਂ, ਤੂੰ ਅਜੇ ਹੋਰ ਖੇਡ, ਜਦੋਂ ਤੱਕ ਤੂੰ ਜਿੱਤਦਾ ਨਹੀਂ ਹੈ ਤੈਨੂੰ ਖੇਡਣ ਤੋਂ ਨਹੀਂ ਹਟਾਵਾਂਗਾ। ਕਈਆਂ ਨੂੰ ਉਹਨੇ ਚਾਹ ਲਿਆ, ਮਿਲਾ ਲਿਆ ਹੈ, ਜਿਹੜੇ ਸਫਲ ਕਰ ਗਏ ਇਸ ਜ਼ਿੰਦਗੀ ਨੂੰ, ਜਿਹਨੂੰ ਅਸੀਂ ਅਸ਼ਟਪਦੀ 23ਵੀਂ ਦੇ ਵਿੱਚ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਨੇ ਬੇਸ਼ੁਮਾਰ ਅਥਾਹ ਅਗਨਤ ਅਤੁੱਲੇ, ਇਹ ਬੇਸ਼ੁਮਾਰ ਵਾਹਿਗੁਰੂ ਜਿਹਦਾ ਅੰਤ ਕੋਈ ਨਹੀਂ ਹੈ, ਅਥਾਹ ਜਿਹਦਾ ਥਾਹ ਨਹੀਂ ਪਾਇਆ ਜਾ ਸਕਦਾ, ਅਗਨਤ ਜਿਹੜਾ ਗਿਣਤੀ ਮਿਣਤੀ ਦੇ ਚੱਕਰਾਂ ਤੋਂ ਪਰੇ ਹੈ, ਅਤੁੱਲ ਹੈ ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਹਜ਼ੂਰ ਕਹਿੰਦੇ ਸੱਚੇ ਪਾਤਸ਼ਾਹ ਜਿੱਦਾਂ ਤੂੰ ਬੁਲਾਉਂਦਾ ਹੈ ਨਾ, ਉੱਦਾਂ ਤੇਰਾ ਦਾਸ ਬੋਲਦਾ ਹੈ, ਉੱਦਾਂ ਤੇਰੇ ਸੇਵਕ ਬੋਲਦੇ ਨੇ। ਸੁਖਮਨੀ ਸਾਹਿਬ ਜੀ ਦੀ ਇਹ ਪਾਵਨ ਅਸ਼ਟਪਦੀ ਜਿਹੜੀ ਹੈ, ਇਹ ਮਹਾਰਾਜ ਜੀ ਨੇ ਬੋਲੀ ਹੈ। ਬੜੇ ਲੋਕ ਕਹਿੰਦੇ ਨੇ ਵੀ ਬੰਦੇ ਦੇ ਕਰਮਾਂ ਤੋਂ ਧਰਤੀ ਪੈਦਾ ਹੋਈ, ਤੇ ਜਦੋਂ ਬੰਦਾ ਹੀ ਨਹੀਂ ਸੀ ਤੇ ਕਰਮ ਪਹਿਲਾਂ ਕਿੱਦਾਂ ਹੋ ਸਕਦੇ ਨੇ? ਕਰਮ ਤਾਂ ਹੁੰਦੇ ਨੇ ਜੇ ਮੈਂ ਹੋਵਾਂਗਾ, ਜੇ ਮੈਂ ਹੀ ਨਾ ਹੋਵਾਂਗਾ ਤੇ ਕੰਮ ਕਿੱਦਾਂ ਹੋ ਜਾਵੇਗਾ? ਕਰਮਾਂ ਤੋਂ ਸੰਸਾਰ ਨਹੀਂ ਪੈਦਾ ਹੋਇਆ, ਕਰਮਾਂ ਦੇ ਕਰਕੇ ਸੰਸਾਰ ਦਾ ਚੱਕਰ ਚੱਲਦਾ ਹੈ। ਸੰਸਾਰ ਪੈਦਾ ਰੱਬ ਤੋਂ ਹੀ ਹੁੰਦਾ ਹੈ ਤੇ ਰੱਬ ਦੇ ਵਿੱਚ ਹੀ ਸਮਾ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ। ਮੈਂ ਫਿਰ ਕਹਾਂਗਾ ਇਹ ਥੋੜ੍ਹੀ ਜਿਹੀ ਵੱਖਰੀ ਅਸ਼ਟਪਦੀ ਹੈ ਬਾਕੀ ਅਸ਼ਟਪਦੀਆਂ ਦੇ ਨਾਲੋਂ। ਸਤਿਗੁਰੂ ਨੇ ਜਿੱਦਾਂ ਦੀ ਵੀ ਸੇਵਾ ਦੇ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਹੈ, ਇਹਨੂੰ ਪ੍ਰਵਾਨ ਕਰਿਓ। ਮੇਰੇ ਪਾਸੋਂ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।